दो चीज़ां मेरे लिए बहुत बहुत जरूरी है, एक रनिंग ते एक साइकिलिंग। ਜਿਹੜੇ ਮੇਰੇ ਵੱਡੇ ਭਾਈ ਸਾਹਿਬ ਅਸ਼ੋਕ ਮਲਹੋਤਰਾ ਜੀ 100 ਡੇਜ਼ ਰਨਿੰਗ ਦੇ ਵਿੱਚ ਮੇਰੇ ਨਾਲ ਪੂਰੀ ਸਪੋਰਟ ਕਰਦੇ ਪਏ ਸੀਗੇ, ਇਸ ਵਾਰ ਉਹਨਾਂ ਨੇ ਪਹਿਲੀ ਵਾਰ 300 ਤੇ 200 ਕਿਲੋਮੀਟਰ ਦੀ ਜਿਹੜੀ ਸਾਈਕਲਿੰਗ ਹੈਗੀ ਆ ਮੇਰੇ ਨਾਲ ਕੀਤੀ ਹੈਗੀ ਆ, ਔਰ ਰੀਅਲੀ ਦੈਟ ਵਾਜ਼ ਅਮੇਜ਼ਿੰਗ। ਅਸੀਂ ਪੂਰੇ ਦੇ ਪੂਰੇ 300 ਤੇ 200 ਕਿਲੋਮੀਟਰ ਅਸੀਂ ਐਗਜ਼ੈਕਟਲੀ ਇੱਕ ਪੈਡਲ ਦੇ ਨਾਲ ਪੈਡਲ ਲਾ ਕੇ ਮਾਰ ਕੇ ਚੱਲੇ ਹੈਗੇ। ਪੰਜਾਬੀਆਂ 'ਚ ਇਹ ਹੈਗਾ ਹੀ ਹੈ ਕੰਪਲੈਕਸ, ਇੱਕ ਦੂਜੇ ਨੂੰ ਦੇਖ ਕੇ ਜੇ ਇਹਨੇ ਕੀਤੀ ਤਾਂ ਮੈਂ ਕਿੱਦਾਂ ਛੱਡਦਾ। ਮੈਨੂੰ ਸੀਗਾ ਕਿਉਂਕਿ ਇਹਨਾਂ ਨੂੰ ਇੰਜਰੀ ਬੜੀ ਜ਼ਬਰਦਸਤ ਹੋ ਗਈ ਸੀਗੀ, ਲੱਤ ਚੱਲਦੀ ਨਹੀਂ ਸੀ। ਮੈਂ ਕਿਹਾ ਭਾਜੀ ਇੱਦਾਂ ਕਰੋ, ਤੁਸੀਂ ਕੁਇਟ ਕਰ ਜਾਓ, ਮੈਂ ਵੀ ਕੁਇਟ ਕਰ ਜਾਣਾ, ਕਿਉਂਕਿ ਕਾਰਨ ਇਹ ਕਹਿੰਦੇ ਤੂੰ ਤਾਂ ਇੱਥੇ ਵੀ ਦੋਸਤੀ ਨਿਭਾ ਰਹੇ ਸੀ, ਮੈਂ ਵੀ 13.5 ਘੰਟੇ ਅਲਾਊਡ ਹੁੰਦੇ ਆ, ਅਸੀਂ ਮੇਰੇ ਹਿਸਾਬ ਨਾਲ 2 ਤੋਂ ਵੀ ਪੌਣੇ 11 ਜਾਂ 11 ਘੰਟੇ ਦੇ ਵਿੱਚ ਅਸੀਂ ਉਹਨੂੰ ਕੰਪਲੀਟ ਕਰ ਗਏ। ਇਹ ਸਾਰੀਆਂ ਦੀਆਂ ਸਾਰੀਆਂ ਹੌਕ ਰਾਈਡਰ ਜਲੰਧਰ ਨੇ ਕਰਵਾਈਆਂ ਹੈਗੀਆਂ। ਰੋਹਿਤ ਭਾਜੀ ਹੈਗੇ ਆ, ਅਲਟੀਮੇਟ ਆਰਗੇਨਾਈਜ਼ਰ ਉਹ ਬੰਦਾ, ਉਹਨੂੰ ਮਜ਼ਾ ਲਿਆਤਾ, ਇੰਨਾ ਅੱਛਾ ਆਰਗੇਨਾਈਜ਼ ਕੀਤਾ। ਦੁਪਹਿਰ ਦੇ 1:30 ਜਾਂ 2 ਵਜੇ ਸੀ, ਪੂਰਾ ਗੁੱਪ ਹਨੇਰਾ ਹੋ ਗਿਆ, ਬਹੁਤ ਜ਼ਬਰਦਸਤ ਬਾਰਿਸ਼, ਬਿਜਲੀ ਤੇ ਦੈਨ ਉਹ ਤੋਂ ਬਾਅਦ ਹਵਾ। ਮੇਰੀ ਇੱਕ ਸਟੇਜ ਦੇ ਉੱਤੇ ਐਸਾ ਸੀਗਾ ਕਿ ਮੈਂ ਆਪਣੇ ਸਾਈਕਲ ਦੇ ਨਾਲ ਹੀ ਮੇਰਾ ਸਾਈਕਲ ਨਾ ਉੱਡ ਜਾਏ। ਕਮਰ ਗਿੱਲ ਪਟਿਆਲੇ ਤੋਂ ਸਾਡਾ ਬਹੁਤ ਵਧੀਆ ਰਾਈਡਰ, ਬਹੁਤ ਵਧੀਆ ਯਾਰ, ਬੜਾ ਪਿਆਰਾ ਯਾਰ ਹੈ ਉਹ। ਜਦੋਂ ਅਸੀਂ ਸਾਈਕਲ ਚਲਾਉਂਦੇ ਹੈਗੇ, ਇੱਕ ਫੀਲਿੰਗ ਤੁਹਾਨੂੰ ਦੱਸਣਾ ਚਾਹਨਾ ਹੈਗਾ, ਬੋਰ ਹੁੰਦੇ ਹੁੰਦੇ ਫਿਰ ਅਸੀਂ ਆਪਣੇ ਆਪ ਨੂੰ ਕੁਐਸਚਨ ਕਰਦੇ ਹਾਂ ਕਿ ਇਹ ਕੀ ਕਰ ਰਹੇ ਹਾਂ, ਫਿਰ ਅਸੀਂ ਕਹਿੰਦੇ ਹਾਂ ਪਾਗਲ ਹੈ। नहीं, मेरा बेटा बेटी मेरा बहुत साथ दिंदे है, वाइफ भी बहुत साथ दिंदी है। भगवान बोले शंकर दी मेरे ते बहुत अपार किरपा है। 5 कैलाश भी किए हुए हैं। 5 कैलाश ने श्री किन्नर कैलाश, श्री खंड कैलाश, श्री मणिमहेश कैलाश, श्री आदि कैलाश, कैलाश मानसरोवर। ये मैं अपने बेटे नाल भी कीते। ਇਹਦੇ ਚੋਂ कैलाश मानसरोवर 2007 'ਚ मैं अपने बेटे नाल भी कीता जी। किताब ਤਾਂ ਝੱਲਿਆਂ ਵਾਲਾ ਹੀ ਪਾਗਲ ਹੀ ਕਹਿੰਦੇ ਆ ਜੀ, ਕੁਛ ਜਿੰਨੇ ਤਾਂ ਸਾਨੂੰ ਵੀ ਇਹ ਪਾਗਲ ਹੋ ਗਏ ਆ, ਦੋਨੇ ਜਿਹਨੇ ਰਜਨੀਸ਼ ਜੀ ਨੂੰ ਵੀ ਕਹਿੰਦੇ ਆ, ਰਜਨੀਸ਼ ਜੀ ਨੂੰ ਜ਼ਿਆਦਾ ਕਹਿੰਦੇ ਆ। ਜਨ ਤੇਸ਼ੀ ਦੇ ਥਰੂ ਕਹਿਣਾ ਚਾਹੁੰਦਾ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੈ ਸ਼੍ਰੀ ਵਰਿੰਦਰ ਸ਼ਰਮਾ ਜੀ, ਇਹ ਸਾਨੂੰ ਬਹੁਤ ਮੋਟੀਵੇਸ਼ਨ ਕਰਦੇ ਆ ਜੀ, ਬਹੁਤ ਜ਼ਿਆਦਾ। ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਡੀਸੀ ਸਾਹਿਬ ਦਾ। ਥੈਂਕ ਯੂ ਹਨੀ ਭਾਜੀ। ਅਗਰ ਤੁਸੀਂ ਸਪੋਜ਼ ਉੱਥੇ ਨਾ ਸਪੋਰਟ ਕਰਦੇ ਤਾਂ ਸ਼ਾਇਦ ਇਹ ਰਾਈਡ ਪੂਰੀ ਨਾ ਹੁੰਦੀ। ਸਪੋਰਟਸ ਦੇ ਨਾਲ ਇਹ ਹੈ ਕਿ ਮੈਂ ਆਪਣਾ ਆਫਿਸ ਦਾ ਕੰਮ ਸਫਰ ਨਹੀਂ ਹੋਣ ਦਿੰਦਾ। ਜੇ ਮੇਰਾ ਸਵੇਰੇ ਆਫਿਸ 10 ਵਜੇ ਸ਼ੁਰੂ ਹੋਣਾ ਤਾਂ ਮੈਂ 10 ਵਜੇ 'ਚ 5 ਮਿੰਟ 'ਤੇ ਹੁੰਨਾ, ਉਹ ਕਲੋਜ਼ ਹੋਣ 'ਤੇ ਹੀ ਜਾਣਾ। ਦੇਖੋ ਤਾਂ ਕੁਐਸਚਨ ਹੈ ਨਹੀਂ, ਤੁਸੀਂ ਰਹਿ ਗਏ ਹੋ, ਤੁਸੀਂ ਉਹ ਵੀ ਦੱਸ ਦਿਓ। ਨਹੀਂ, ਬਸ ਇਹੀ ਹੈ ਜੀ। ਇਹ ਸਾਲ ਤੁਸੀਂ ਅਗਲਾ ਕਿਹੜਾ ਸਾਨੂੰ ਕੰਪਲੈਕਸ ਦੇਣਾ, ਇਹ ਵੀ ਦੱਸ ਦਿਓ ਸਰ। ਇਹ ਜਦੋਂ ਮੈਂ SR ਕੰਪਲੀਟ ਕੀਤੀ ਹੈ ਨਾ, ਮੇਰੀ ਵਾਈਫ ਮੈਨੂੰ ਪੁੱਛਦੀ ਕਿ ਭਾਈ ਹੁਣ ਅਗਲਾ ਕੀ ਹੈ। ਉਹ ਮੈਂ ਕਿਹਾ ਭਾਈ ਮੈਂ ਤਾਂ ਸਾਈਕਲ ਰੱਖਤਾ ਸਾਈਡ 'ਤੇ। जन हितैषी देख रहे दर्शकों का स्वागत है जन जन की बात जन हितैषी के साथ। दोस्तों, अक्सर असी सुनिया सीगा जदों असी छोटे हुंदे सी ते उदों दोस्ती दियां यारियां दियां एक कहानियां कीती जाती सी, जिहड़ी कि अज विरले ही मिलदियां या मिलदियां ही नहीं है। वैसे तो मिलदियां ही नहीं है, पर जे कई पुराने दोस्त कुछ हजे भी कईयां च कह लो उदां दे जीन्स हैगे है, वो अज भी दोस्ती लई कुछ करदे है। 2 दोस्तां दी कहानी है जिहड़े कि एक दूजे लई मतलब बहुत ज़्यादा समय तो जानते नहीं, पर उन्होंने आपसी अंडरस्टैंडिंग या प्यार एक दूजे लिए इदां दा हो गया है कि एक ने कही दूजे ने मानी, दूजे ने कही पहले ने मानी, इदां दी कहानी हो गई है। और सब तो वड्डी गल है कि एक दूजे नूं सपोर्ट करन च वो एक दूजे ने वर्ल्ड रिकॉर्ड बनाया, एक अपनी रिकोगनीशन बनाई, और नवे नवे स्पोर्ट्स इवेंट्स से एक दूसरे नूं सपोर्ट करन च एक दूजे दे नूं एक दूजे दे कंपीटीटर भी कह लो बने, तो एक दूजे नूं सपोर्ट भी कर रहे हैं। इस बार इंडिया दे विच जिहड़ी एक जिहड़ी कह लो 1 नवंबर नूं शुरू होई सी, 22 नवंबर नूं खत्म हुई है। तो इहदे विच लुधियाना दे जिहड़े साडे की CA साहब हैगे है, जिहड़े कि जिन्हां ने शायद एक ठेका ले लिया है लुधियाने शहर दे युवा नूं, पंजाब दे या इंडिया दे युवा नूं कंपलैक्स देण दा। 53 साल दे इस युवा ने ते 57 साल दे दूसरे युवा ने, दोस्त ने, दोनों ने मिल के लुधियाना ही नहीं पूरे इंडिया के यूथ नूं शायद कंपलैक्स देता है कि भाई असी इस उम्र च कर सकते हैं, तो तुसी क्यों नहीं अपने बिस्तरियां चों सवेरे सवेरे बाहर आ सकते। तो आओ कुल मिला के देखिए कि इस बार इन्होंने किहड़ा नवां शगुफा कर दिता है। ये पब्लिसिटी स्टंट है कि एक्चुअल भी कुछ करते भी है।
ਨਮਸਕਾਰ ਜੀ। ਨਮਸਕਾਰ ਜੀ। ਸਰ ਇਹ ਤੁਸੀਂ 53 ਸਾਲ ਦੇ ਯੁਵਾ ਹੈਗੇ ਹੋ। ਅਸੀਂ ਤਾਂ ਹੁਣ ਮੈਨੂੰ ਕਈ ਵਾਰੀ ਕੰਪਲੈਕਸ ਆ ਜਾਂਦਾ ਕਿ ਮੈਂ ਤੁਹਾਨੂੰ ਇੰਟਰਵਿਊ ਮੈਨੂੰ ਲੈਣੀ ਚਾਹੀਦੀ ਹੈ ਕਿ ਮੈਂ ਇੰਨਾ ਲਾਇਕ ਵੀ ਹੈਗਾ। ਤੇ ਮੈਨੂੰ ਇੱਕ ਗੱਲ ਸਮਝਾਓ, ਇਹ ਕੀ ਤੁਹਾਡੇ 'ਚ ਜਨੂਨ ਹੈ? ਕਿਹੜਾ ਤੁਸੀਂ એનર્ਜੀ ਡਰਿੰਕ ਪੀ ਰਹੇ ਹੋ ਜਾਂ ਕਿਹੜੇ ਸਮੋਸੇ ਖਾਂਦੇ ਹੋ? ਕਿੱਥੇ ਦਾ ਤੁਸੀਂ ਜੂਸ ਪੀਂਦੇ ਹੋ? ਇਹ 53 ਸਾਲ 'ਚ ਤੁਸੀਂ ਹਜੇ, ਅਸੀਂ ਪਹਿਲਾਂ ਡਾਈਜੈਸਟ ਨਹੀਂ ਕੀਤਾ, ਤੁਸੀਂ ਸਿਰ ਦੂਸਰਿਆਂ ਵੀ ਬਣਾ ਕੇ ਆ ਗਏ। ਹਾਂਜੀ, ਕੋਈ ਮੈਂ ਦੇਖੋ ਜੀ ਸਪੈਸ਼ਲ ਕੁਝ ਨਹੀਂ ਖਾਂਦਾ ਹੈਗਾ, ਨਾਰਮਲੀ ਸਾਰਾ ਕੁਝ ਖਾਂਦਾ, ਪਰ ਇਹ ਜਨੂਨ ਹੈਗਾ ਸਪੋਰਟਸ ਦੇ ਲਈ। ਮੈਂ ਪਿਛਲੀ ਵਾਰ ਜਦੋਂ ਮੇਰੀ ਰਨਿੰਗ ਦੇ ਵਿੱਚ ਜਦੋਂ ਇੰਟਰਵਿਊ ਹੋਈ ਸੀਗੀ, ਉਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਮੈਂ 2 ਚੀਜ਼ਾਂ ਮੇਰੇ ਲਈ ਬਹੁਤ ਬਹੁਤ ਜ਼ਰੂਰੀ ਹੈ, ਇੱਕ ਰਨਿੰਗ ਤੇ ਇੱਕ ਸਾਈਕਲਿੰਗ। ਦੇਖ ਲਓ, ਇੱਕ ਅੱਧੀ ਰਹਿ ਗਈ ਹੋਵੇ, ਕੱਲ ਨੂੰ ਤੁਸੀਂ ਕਹੋ ਮੈਂ 2 ਉਹ ਭੁੱਲ ਗਿਆ ਸੀ। ਨਹੀਂ 2 ਹੀ ਆ ਮੇਰੀ, ਇੱਕ ਰਨਿੰਗ ਤੇ ਇੱਕ ਸਾਈਕਲਿੰਗ। ਪਿੱਛੇ ਮੈਂ 100 ਡੇਜ਼ ਦੀ ਰਨਿੰਗ ਦੇ ਵਿੱਚ ਜਦੋਂ ਤੁਸੀਂ ਮੈਨੂੰ ਇੰਟਰਵਿਊ ਕੀਤਾ ਸੀਗਾ ਕਿ ਮੈਂ ਵਰਲਡ ਦੇ ਵਿੱਚ ਫਸਟ ਆਇਆ ਸੀ, ਉਸ ਤੋਂ ਬਾਅਦ ਮੇਰਾ ਇੱਕ ਟਾਰਗੇਟ ਹੁੰਦਾ ਪੂਰੇ ਸਾਲ ਦੇ ਵਿੱਚ ਇੱਕ SR ਸੀਰੀਜ਼ ਕਰਨੀ, ਸੁਪਰ ਰੈਂਡਮ ਸੀਰੀਜ਼ ਹੁੰਦੀ ਹੈ ਜਿਹੜੀ 200 300 400 600 ਟੋਟਲ 1500 ਕਿਲੋਮੀਟਰ ਜਦੋਂ ਤੁਸੀਂ ਪੂਰਾ ਕਰ ਲੈਂਦੇ ਹੋ ਤੁਹਾਨੂੰ ਇੱਕ SR ਦਾ ਟਾਈਟਲ ਮਿਲ ਜਾਂਦਾ ਹੈਗਾ। ਸਾਲ ਦੇ ਵਿੱਚ ਮੈਂ ਇੱਕ ਕਰਦਾ ਹੈਗਾ, ਕੋਸ਼ਿਸ਼ ਹੁੰਦੀ ਹੈ ਸਾਲ ਦੇ ਵਿੱਚ ਇੱਕ ਕਰਨ ਦੀ। ਆਲਰੇਡੀ ਮੈਂ 2 ਲਗਾ ਚੁੱਕਾ ਹੋਇਆ, ਇਹ ਤੀਸਰਾ ਟਾਈਟਲ ਹੈਗਾ ਜਿਹੜਾ ਮੈਂ ਇਸ ਵਾਰ 21 ਦਿਨ ਦੇ ਵਿੱਚ ਲਿਆ ਹੈਗਾ। ਹੌਕ ਰਾਈਡਰ ਜਲੰਧਰ ਨੇ 21 ਦਿਨ ਦੇ ਵਿੱਚ ਕਰਾਈ ਸੀ, 1 ਨਵੰਬਰ ਤੋਂ ਸ਼ੁਰੂ ਹੋ ਕੇ 22 ਨਵੰਬਰ ਨੂੰ ਖਤਮ ਹੋਈ ਹੈ। 300 400 600 ਤੇ 200 ਇਸ ਸੀਕੁਐਂਸ ਦੇ ਵਿੱਚ ਉਹਨਾਂ ਨੇ ਕੀਤੀ, ਜਿਹੜੀ ਮੈਂ 22 ਤਰੀਕ ਨੂੰ ਕੰਪਲੀਟ ਕੀਤੀ ਹੈ। ਔਰ ਇਸ ਦੇ ਵਿੱਚ ਮੇਰੇ ਨਾਲ ਜਿਹੜੇ ਮੇਰੇ ਵੱਡੇ ਭਾਈ ਸਾਹਿਬ ਅਸ਼ੋਕ ਮਲਹੋਤਰਾ ਜੀ 100 ਡੇਜ਼ ਰਨਿੰਗ ਦੇ ਵਿੱਚ ਮੇਰੇ ਨਾਲ ਪੂਰੀ ਸਪੋਰਟ ਕਰਦੇ ਪਏ ਸੀਗੇ। ਇਸ ਵਾਰ ਉਹਨਾਂ ਨੇ ਪਹਿਲੀ ਵਾਰ 300 ਤੇ 200 ਕਿਲੋਮੀਟਰ ਦੀ ਜਿਹੜੀ ਸਾਈਕਲਿੰਗ ਹੈਗੀ ਆ ਮੇਰੇ ਨਾਲ ਕੀਤੀ ਹੈਗੀ ਆ। ਔਰ ਰੀਅਲੀ ਦੈਟ ਵਾਜ਼ ਅਮੇਜ਼ਿੰਗ, ਕਿਉਂਕਿ ਮੈਨੂੰ ਇੱਕ ਸਾਡੀ ਸਾਈਕਲ ਦੇ ਵਿੱਚ 3 ਤਰ੍ਹਾਂ ਦੇ ਸਾਈਕਲ ਹੁੰਦੇ ਹੈਗੇ ਆ, ਇੱਕ ਹੁੰਦਾ MTB, ਇੱਕ ਹੁੰਦਾ ਰੋਡੀ, ਇੱਕ ਹੁੰਦਾ ਹਾਈਬ੍ਰਿਡ। ਸਾਈਕਲ ਕੰਪਨੀ ਵੀ ਆਪਣੀਆਂ ਇੰਨੇ, ਤੁਸੀਂ ਤਾਂ ਇੰਨੀ ਟੈਕਨੀਕਲ ਲੈਂਗੁਏਜ ਦੱਸ ਰਹੇ ਹੋ ਜਿਹੜੀ ਸ਼ਾਇਦ ਸਾਈਕਲ ਮੈਨੂਫੈਕਚਰਰ ਨੂੰ ਨਹੀਂ ਪਤਾ ਹੁੰਦੀ। ਇਸ ਤਰ੍ਹਾਂ ਕਿ ਮੈਂ ਸਾਈਕਲਿਸਟ ਹਾਂ, ਜੇ ਸਾਈਕਲਿਸਟ ਹੈਗਾ ਮੈਨੂੰ ਆਪਣੇ ਜਿਹੜੇ ਹਥਿਆਰ ਹੈਗੇ ਆ ਜਿਹੜੇ ਮੈਂ ਚਲਾਉਣਾ ਸਾਈਕਲ, ਉਹਨਾਂ ਨੂੰ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ ਹੈਗਾ। ਜਿਹੜਾ ਜਦੋਂ ਲੰਬੀ ਤੁਸੀਂ ਰਨਿੰਗ ਕਰਦੇ ਹੈਗੇ ਉਸ ਟਾਈਮ ਤੁਹਾਡੇ ਕੋਲ ਕਰੋਡੀ ਸਾਈਕਲ ਹੁੰਦਾ ਜਿਹੜਾ ਪਤਲਾ ਬਹੁਤ ਹੁੰਦਾ ਹੈਗਾ, ਥੋੜ੍ਹਾ ਜਿਹਾ ਅੱਗੋਂ ਪਿੰਗਾ ਹੁੰਦਾ। ਜਦੋਂ ਮੇਰੇ ਜਿਹੜੇ ਅਸ਼ੋਕ ਭਾਜੀ ਆ, ਇਹਨਾਂ ਨੇ ਪਹਿਲਾਂ ਰੋਡੀ ਕਦੀ ਨਹੀਂ ਚਲਾਇਆ ਸੀਗਾ, ਡਾਇਰੈਕਟ 300 ਦੇ ਚਲਾਉਣ ਲੱਗੇ ਇਹਨਾਂ ਨੂੰ ਰੋਡੀ ਦੇ ਮੈਂ ਉੱਤੇ ਜਦੋਂ ਬਿਠਾਤਾ ਤਾਂ ਮੈਨੂੰ ਡਰ ਲੱਗਦਾ ਸੀਗਾ ਕਿਤੇ ਕੋਈ ਮਿਸ ਹੈਪਨਿੰਗ ਨਾ ਹੋ ਜਾਏ। ਪਰ ਇਹ ਬੰਦੇ ਦੀ ਇਹ ਬਹੁਤ ਵੱਡੀ ਉਹ ਹੈਗੀ ਆ, ਉਪਲਬਧੀ ਹੈ ਕਿ ਇਹ 300 ਅਚੀਵਮੈਂਟ ਹੈ, 300 ਵੀ ਔਰ 200 ਪਹਿਲੀ ਵਾਰੀ ਰੋਡੀ ਦੇ ਵਿੱਚ ਕਰ ਗਏ ਹੈਗੇ ਆ। ਉਹਦੇ ਲਈ ਫਿਰ ਤੁਸੀਂ ਸਟ੍ਰੈਟਜੀ ਕੀ ਅਪਣਾਈ? ਇਹਨਾਂ ਨੂੰ ਕੋਈ ਆਪਣਾ ਜੂਠਾ ਪਾਣੀ ਪਿਲਾਇਆ, ਕੋਈ ਜੂਠੀ ਚੀਜ਼ ਕਰਾਈ ਜਾਂ ਕੋਈ ਗੁੜਤੀ ਦਿੱਤੀ? ਨਹੀਂ, ਕੁਝ ਵੀ ਨਹੀਂ ਦਿੱਤਾ। ਹਾਂ, ਮੈਂ ਪਹਿਲਾਂ 2 ਵਾਰ SR ਕਰ ਚੁੱਕਾ ਹੋਇਆ। 2 ਵਾਰ ਦਾ ਮਤਲਬ ਹੈਗਾ ਕਿ ਮੈਂ 1500 ਸੀਰੀਜ਼ 2 ਵਾਰ ਕਰ ਚੁੱਕਾ। ਮੈਂ ਲਿਟਲ ਬਿਟ ਮੈਨੂੰ ਐਕਸਪੀਰੀਅੰਸ ਸੀਗਾ। ਇਹਨਾਂ ਨੂੰ ਥੋੜ੍ਹਾ ਜਿਹਾ ਦੱਸਣ ਦੀ ਜ਼ਰੂਰਤ ਪਈ ਕਿ ਆਪਾਂ ਕਿਸ ਤਰ੍ਹਾਂ ਇਹਦੇ 'ਚ ਥੋੜ੍ਹੀ ਜਿਹੀ ਪਲੈਨਿੰਗ ਹੁੰਦੀ ਹੈਗੀ ਆ। ਕਈ ਵਾਰ ਜਦੋਂ ਨਵਾਂ ਸਾਈਕਲਿਸਟ ਹੁੰਦਾ ਹੈਗਾ ਬਹੁਤ ਜੋਸ਼ ਦੇ ਵਿੱਚ ਆ ਕੇ ਬਹੁਤ ਸਪੀਡ ਦੇ ਨਾਲ ਖਿੱਚਦਾ ਸਟਾਰਟਿੰਗ ਚੱਲਣ ਦੇ ਜੋ ਹੈ, ਪਰ ਇਹਦੇ ਵਿੱਚ ਕੀ ਹੁੰਦਾ ਕਿ ਬੜੇ ਆਰਾਮ ਦੇ ਨਾਲ ਚੱਲੋ ਤੁਸੀਂ। ਅਗਰ ਤੁਸੀਂ 1 ਘੰਟੇ ਦੇ ਵਿੱਚ 15 ਕਿਲੋਮੀਟਰ ਕੱਢ ਜਾਂਦੇ ਹੈਗੇ ਹੋ ਤਾਂ ਤੁਸੀਂ ਇਹਨੂੰ ਬੜੇ ਆਰਾਮ ਨਾਲ ਕਰ ਜਾਂਦੇ ਹੋ। ਮੈਂ ਜਿਹੜੀ ਐਵਰੇਜ ਹੈਗੀ ਆ 20 ਤੋਂ 25 ਦੇ ਵਿੱਚ ਰੱਖਦਾ ਹੁੰਦਾ 1 ਘੰਟੇ ਦੇ ਵਿੱਚ। ਇਹਨਾਂ ਨੂੰ ਪਹਿਲਾਂ ਦੱਸ ਕੇ ਚੱਲਿਆ ਸੀਗਾ ਕਿ ਭਾਜੀ ਆਪਾਂ ਇਸ ਤਰ੍ਹਾਂ ਕਰਨਾ। ਅਸੀਂ ਪੂਰੇ ਦੇ ਪੂਰੇ 300 ਤੇ 200 ਕਿਲੋਮੀਟਰ ਅਸੀਂ ਐਗਜ਼ੈਕਟਲੀ ਇੱਕ ਪੈਡਲ ਦੇ ਨਾਲ ਪੈਡਲ ਲਾ ਕੇ ਮਾਰ ਕੇ ਚੱਲੇ ਹੈਗੇ ਆ। ਇਹਨਾਂ ਨੂੰ 200 ਦੇ ਵਿੱਚ ਥੋੜ੍ਹੀ ਪ੍ਰੋਬਲਮ ਵੀ ਹੋਈ, ਪਰ ਇੱਕ ਸਟੇਜ ਦੇ ਉੱਤੇ ਜਾ ਕੇ ਮੈਂ ਇਹਨਾਂ ਨੂੰ ਕਿਹਾ ਕਿ ਭਾਜੀ ਤੁਹਾਡੇ ਇੰਜਰੀ ਜ਼ਿਆਦਾ ਨਾ ਹੋ ਜਾਵੇ, ਤੁਸੀਂ ਕੁਇਟ ਕਰ ਜਾਓ। ਪਰ ਇਹ ਬੰਦਾ ਕਹਿੰਦਾ ਮੈਂ ਭਾਵੇਂ ਪੈਦਲ ਲਾਵਾਂ, ਮੈਂ ਕੁਇਟ ਨਹੀਂ ਕਰਨੀ। ਉਹ ਬਹੁਤ ਸਰ ਸਾਡੇ ਪੰਜਾਬੀਆਂ 'ਚ ਇਹ ਹੈਗਾ ਹੀ ਹੈ ਕੰਪਲੈਕਸ, ਇੱਕ ਦੂਜੇ ਨੂੰ ਦੇਖ ਕੇ ਜੇ ਇਹਨੇ ਕੀਤੀ ਤਾਂ ਮੈਂ ਕਿੱਦਾਂ ਛੱਡਦਾ ਹੈ। ਤੁਸੀਂ ਆਪ ਘੱਟ ਸੀਗੇ, ਇੱਕ ਹੋਰ ਕੰਪਲੈਕਸ ਦੇਣ ਲਈ ਇੰਡੀਆ 'ਚ ਹੋਰ ਬੰਦਾ ਖੜਾ ਕਰਤਾ ਨਾਲ, ਉਹ ਵੀ ਵੱਡਾ ਭਰਾ। ਛੋਟਾ ਕਰਦੇ ਚਲੋ ਅਸੀਂ ਉਹ ਮੰਨਦੇ, ਤੁਸੀਂ ਜਲੀਲ ਕਰਨ ਦਾ ਕੋਈ ਠੇਕਾ ਲਿੱਤਾ ਹੋਇਆ? ਨਹੀਂ, ਜਲੀਲ ਕਰਨ ਦਾ ਨਹੀਂ, ਇਹਨੂੰ ਸਪੋਰਟਸਮੈਨ ਸਪਿਰਿਟ ਬੋਲਦੇ ਆ। ਵਾਕਈ ਜਿਹੜੀ ਤੁਸੀਂ ਗੱਲ ਕਹੀ ਹੈਗੀ ਕਿ ਜਿਹੜੇ ਪੰਜਾਬੀਆਂ ਦੇ ਵਿੱਚ ਵਾਕਈ ਜਜ਼ਬਾ ਬੜੇ ਉੱਚਾ ਹੁੰਦਾ। ਮੈਨੂੰ ਸੀਗਾ ਕਿਉਂਕਿ ਇਹਨਾਂ ਨੂੰ ਇੰਜਰੀ ਬੜੀ ਜ਼ਬਰਦਸਤ ਹੋ ਗਈ ਸੀਗੀ, ਲੱਤ ਚੱਲਦੀ ਨਹੀਂ ਸੀ। ਮੈਂ ਕਿਹਾ ਭਾਜੀ ਇੱਦਾਂ ਕਰੋ, ਤੁਸੀਂ ਕੁਇਟ ਕਰ ਜਾਓ। ਮੈਂ ਵੀ ਕੁਇਟ ਕਰ ਜਾਣਾ ਕਿਉਂਕਿ ਕਾਰਨ ਇਹ ਕਹਿੰਦੇ ਤੂੰ ਤਾਂ ਇੱਥੇ ਵੀ ਦੋਸਤੀ ਨਿਭਾ ਰਹੇ ਸੀ, ਮੈਂ ਵੀ ਉਹ ਤਾਂ ਫਿਰ ਆਪਾਂ 200 ਇਹ ਕਿਹੜਾ ਇਹ ਕੋਈ ਕੁੰਭ ਦਾ ਮੇਲਾ ਥੋੜ੍ਹਾ ਹੈਗਾ। ਇਹ ਨਾ ਲੱਗਦੀ 200 ਅਗਲੇ ਮਹੀਨੇ ਬਾਅਦ ਸੀ, ਕਿਉਂਕਿ ਪਹਿਲਾਂ ਇਹਨਾਂ ਦੀ ਹੈਲਥ ਜ਼ਰੂਰੀ ਸੀ। ਪਰ ਇਹ ਬੰਦਾ ਕਹਿੰਦਾ ਤੂੰ ਤਾਂ ਕੁਇਟ ਕਰਨੀ ਹੀ ਨਹੀਂ ਆ, ਮੈਂ ਵੀ ਨਹੀਂ ਕਰਨੀ। ਬਸ ਫਿਰ ਮੈਂ ਉਦੋਂ ਥੋੜ੍ਹੀ ਜਿਹੀ ਇੱਕ ਪਲੈਨਿੰਗ ਆਪਣੀ ਚੇਂਜ ਕੀਤੀ। ਮੈਂ ਇਹਨਾਂ ਨੂੰ ਅੱਗੇ ਰੱਖਿਆ ਸਾਈਕਲ 'ਤੇ, ਮੈਂ ਆਪਣੇ ਸਾਈਕਲ ਨੂੰ ਪਿੱਛੇ ਲਾ ਕੇ ਮੈਂ ਕਿਹਾ ਤੁਸੀਂ ਚੱਲੇ ਜਾ। ਨਹੀਂ, ਲੱਤ ਨਹੀਂ ਲਾਈ। ਉਹਦੇ 'ਚ ਇਹ ਹੁੰਦਾ ਕਿ ਜਦੋਂ ਤੁਸੀਂ ਫਰੰਟ ਦੇ ਉੱਤੇ ਲੀਡ ਕਰਦੇ ਹੋ ਨਾ, ਫਿਰ ਤੁਹਾਨੂੰ ਜਿਹੜੀ ਪੇਨ ਹੁੰਦੀ ਆ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਹ ਤੁਹਾਨੂੰ ਮਹਿਸੂਸ ਨਹੀਂ ਹੁੰਦੀ, ਐਨਰਜੀ ਹੋ ਜਾਂਦੀ। ਪਰ ਇਹ ਬਹੁਤ ਹੀ ਅੱਛਾ, ਇਹ ਵੀ ਨਹੀਂ ਹੋਇਆ ਕਿ ਅਸੀਂ ਪੂਰੇ ਟਾਈਮ ਦੇ ਵਿੱਚ ਕੀਤੀ ਆ। 2 ਘੰਟੇ ਪਹਿਲਾਂ ਮੁਕਾ ਗਏ ਅਸੀਂ। 13.5 ਘੰਟੇ ਅਲਾਊਡ ਹੁੰਦੇ ਆ, ਅਸੀਂ ਮੇਰੇ ਹਿਸਾਬ ਨਾਲ 2 ਤੋਂ ਵੀ ਪੌਣੇ 11 ਜਾਂ 11 ਘੰਟੇ ਦੇ ਵਿੱਚ ਅਸੀਂ ਉਹਨੂੰ ਕੰਪਲੀਟ ਕਰ ਗਏ। ਤੇ ਇਹ ਕਿੰਨੇ ਕਿਲੋਮੀਟਰ ਦੀ ਸੀ? ਇਹ ਲਾਸਟ ਜਿਹੜੀ ਅਸੀਂ 22 ਤਰੀਕ ਨੂੰ ਲਾਈ ਆ 200 ਕਿਲੋਮੀਟਰ ਸੀ। ਇੱਕ ਇਹ ਸ਼ੁਰੂ ਇਸ ਤਰ੍ਹਾਂ ਹੋਇਆ ਸੀ
1 ਤਰੀਕ ਨੂੰ 300 ਕਿਲੋਮੀਟਰ ਸੀਗੀ ਜਿਹੜੀ ਇਹ ਭਾਈ ਸਾਹਿਬ ਨਾਲ ਮੈਂ ਲਗਾਈ ਸੀਗੀ, ਉਹ ਅਸੀਂ ਕੰਪਲੀਟ ਕੀਤੀ ਸੀ। ਉਹਦਾ ਰੂਟ ਸੀਗਾ, ਇਹ ਸਾਰੀਆਂ ਦੀਆਂ ਸਾਰੀਆਂ ਹੌਕ ਰਾਈਡਰ ਜਲੰਧਰ ਨੇ ਕਰਵਾਈਆਂ ਹੈਗੀਆਂ। ਰੋਹਿਤ ਭਾਜੀ ਹੈਗੇ ਆ, ਅਲਟੀਮੇਟ ਆਰਗੇਨਾਈਜ਼ਰ ਉਹ ਬੰਦਾ, ਉਹਨੇ ਮਜ਼ਾ ਲਿਆਤਾ, ਇੰਨਾ ਅੱਛਾ ਆਰਗੇਨਾਈਜ਼ ਕੀਤਾ। ਐਂਡ ਦੇ ਵਿੱਚ ਉਹਨਾਂ ਨੇ 22 ਤਰੀਕ ਨੂੰ ਸਾਨੂੰ ਇੰਨੀ ਵਧੀਆ ਪਾਰਟੀ ਦਿੱਤੀ ਕਿ ਮਜ਼ਾ ਆ ਗਿਆ। ਥੈਂਕ ਯੂ ਰੋਹਿਤ ਭਾਜੀ, ਅਗਰ ਤੁਸੀਂ ਸੁਣਦੇ ਹੋ। ਅਤੇ 1 ਤਰੀਕ ਨੂੰ ਜਦੋਂ ਅਸੀਂ ਸ਼ੁਰੂ ਕੀਤੀ, 1 ਤਰੀਕ ਨੂੰ 300 ਸਾਡਾ ਰੂਟ ਸੀਗਾ ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਪਠਾਨਕੋਟ, ਪਠਾਨਕੋਟ ਤੋਂ ਮੁਕੇਰੀਆਂ, ਮੁਕੇਰੀਆਂ ਤੋਂ ਫਿਰ ਵਾਪਸ ਜਲੰਧਰ। ਇਹ ਦਿਨ 'ਚ ਕਿਹੜੇ ਟਾਈਮ 'ਚ ਕਰਦੇ ਹੋ? ਸਵੇਰੇ ਕਰਦੇ ਹੋ ਜਾਂ ਸ਼ਾਮ ਨੂੰ ਕਰਦੇ ਹੋ? ਇਹ ਸਵੇਰੇ 6 ਵਜੇ ਸ਼ੁਰੂ ਹੋਈ ਹੈ, ਰਾਤ ਨੂੰ ਇਹ ਖਤਮ ਹੋਣੀ ਸੀਗੀ। ਇਹਦੇ 'ਚ 300 ਕਿਲੋਮੀਟਰ ਦੇ ਵਿੱਚ 20 ਆਵਰਸ 20 ਘੰਟੇ ਅਲਾਊਡ ਹੁੰਦੇ ਆ, 20 ਘੰਟਿਆਂ ਦੇ ਵਿੱਚ ਉਹਨੂੰ ਖਤਮ ਕਰਨਾ ਹੁੰਦਾ ਹੈਗਾ। ਇੰਨਾ ਟ੍ਰੈਫਿਕ ਨਹੀਂ ਹੁੰਦਾ ਸੜਕਾਂ ਤੇ? ਫਿਰ ਤੁਸੀਂ ਕਿੱਦਾਂ ਕੋਈ ਡਰੈਸ ਪਾਉਂਦੇ ਹੋ ਲੋਹੇ ਦੀ ਕਿ ਤੁਹਾਨੂੰ ਡਰ ਨਾ ਲੱਗੇ? ਦੇਖੋ ਇੱਦਾਂ ਹੈ ਕਿ ਜਦੋਂ ਹੁਣ ਮੈਂ ਬੈਠ ਕੇ ਤੁਹਾਡੇ ਨਾਲ ਗੱਲਾਂ ਕਰਦਾ ਹੈਗਾ, ਤੁਸੀਂ ਕਹੋ ਕਿ ਮੈਂ 1500 ਕਿਲੋਮੀਟਰ ਲਾ ਕੇ ਆਇਆ, ਮੈਂ ਡਰਦਾ ਕਿ ਯਾਰ ਰਸਤੇ 'ਚ ਕੋਈ ਮਿਸਹੈਪ ਹੋ ਜਾਂਦੀ। ਜਦੋਂ ਤੁਸੀਂ ਸਾਈਕਲ 'ਤੇ ਚੜ੍ਹ ਕੇ ਰੋਡ ਦੇ ਉੱਤੇ ਚੜ੍ਹ ਗਏ, ਕੋਲੋਂ ਦੀ ਗੋਲੀ ਮਗਰੋਂ ਗੱਡੀਆਂ ਨਿਕਲਦੀਆਂ, ਟਰੱਕ ਨਿਕਲਦੇ ਹੈਗੇ, ਬਸ ਉਦੋਂ ਜਨੂਨ ਹੁੰਦਾ ਹੈਗਾ, ਫਿਰ ਨਹੀਂ ਅੱਗੇ ਪਿੱਛੇ ਸੋਚਦਾ ਹੈਗਾ, ਫਿਰ ਚੱਲੀ ਚੱਲ। ਰਾਤ ਨੂੰ ਵੀ, ਕਿਉਂਕਿ ਜਦੋਂ ਇਹ ਤੁਸੀਂ ਸਾਈਕਲਿੰਗ ਇਵੈਂਟ ਕਰਦੇ ਹੋ ਤਾਂ ਰਾਤ ਨੂੰ ਤੁਹਾਨੂੰ ਡਰ ਲੱਗਦਾ, ਬੜੇ ਸੁੰਨਸਾਨ ਇਲਾਕਿਆਂ ਦੇ ਵਿੱਚੋਂ ਤੁਸੀਂ ਲੰਘਦੇ ਹੋ, ਇਹਦੇ 'ਚ ਕਈ ਵਾਰ ਸਨੈਚਿੰਗ ਵੀ ਹੋ ਜਾਂਦੀ ਹੈ, ਤੁਹਾਨੂੰ ਪ੍ਰੋਬਲਮ ਵੀ। ਫਿਰ ਅਸੀਂ ਕੀ ਕੋਸ਼ਿਸ਼ ਕਰਦੇ ਹਾਂ, ਜਿੰਨੇ ਬੰਦੇ ਆ ਗਰੁੱਪ ਦੇ ਵਿੱਚ ਚੱਲਦੇ ਹਾਂ, ਕੋਸ਼ਿਸ਼ ਹੁੰਦੀ ਹੈ ਗਰੁੱਪ 'ਚ ਚੱਲੀਏ, ਗਰੁੱਪ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ। ਅਸੀਂ ਉਹ ਵਾਲੀ 300 ਕਿਲੋਮੀਟਰ 20 ਘੰਟੇ ਅਲਾਊਡ ਸੀ, ਮੈਨੂੰ ਲੱਗਦਾ 18 ਘੰਟੇ ਦੇ ਵਿੱਚ ਅਸੀਂ ਉਹ ਕਲੀਅਰ ਕਰਤੀ। ਉਸ ਤੋਂ ਬਾਅਦ ਅਗਲੇ ਦਿਨ 8 ਤਰੀਕ ਨੂੰ ਮੇਰਾ ਅਗਲਾ ਇਵੈਂਟ ਸੀ 400। ਅਸ਼ੋਕ ਭਾਜੀ ਕਹਿੰਦੇ ਮੈਂ ਲਗਾਉਣਾ, ਮੈਂ ਕਿਹਾ ਨਹੀਂ ਭਾਜੀ ਹਜੇ ਨਹੀਂ ਲਗਾਉਣਾ, ਤੁਸੀਂ ਹੁਣ 200 ਲਗਾਈਓ ਕਿਉਂਕਿ ਇਹਦੇ ਲਈ ਪ੍ਰੈਕਟਿਸ ਦੀ ਜ਼ਰੂਰਤ ਆ। ਉਹ ਫਿਰ ਮੈਂ 400 ਲਾਈ। ਉਹ ਰੂਟ ਸੀਗਾ ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸ ਜਲੰਧਰ ਤੋਂ ਰਾਜਪੁਰਾ ਤੋਂ ਵਾਪਸ ਜਲੰਧਰ। ਉਹ ਸੀ 27 ਘੰਟੇ ਦੀ ਰਾਈਡ ਸੀ, ਅਸੀਂ ਉਹਨੂੰ 21 ਘੰਟੇ ਦੇ ਵਿੱਚ ਮੁਕਾਤਾ। ਉਹਦੇ 'ਚ ਮੇਰੀ ਟੀਮ ਬਹੁਤ ਸੋਹਣੀ ਸੀ। ਸਾਡੇ ਇੱਕ ਸਾਈਕਲਿਸਟ ਲੁਧਿਆਣੇ ਤੋਂ ਨੇ, ਡਾਕਟਰ ਪਵਨ ਢੀਗਰਾ, ਉਹ ਮੇਰੀ ਤਾਂ ਹਜੇ 11ਵੀਂ ਸੀਗੀ, ਉਹ ਬੰਦਾ 100 ਬਰੇਵੇ ਬੋਲਦੇ ਆ ਇੱਕ ਇਵੈਂਟ ਨੂੰ, 100 ਬਰੇਵੇ ਲਗਾ ਚੁੱਕਾ। 200 ਦੇ ਵਿੱਚ ਉਹ ਬੰਦੇ ਦੀ ਸੈਂਚੁਰੀ ਪੂਰੀ ਹੋਈ ਹੈਗੀ ਆ। ਡਾਕਟਰ ਪਵਨ ਢੀਗਰਾ ਅਲਟੀਮੇਟ ਰਾਈਡਰ। ਮੇਰੀ ਟੀਮ ਸੀ ਡਾਕਟਰ ਪਵਨ ਢੀਗਰਾ, ਮੇਗਾ ਜੈਨ, ਜਸਪ੍ਰੀਤ, ਤੇ ਇਹ ਸਾਰੇ ਦੇ ਸਾਰੇ ਮੇਰੇ ਲੁਧਿਆਣੇ ਦੇ ਹੀ ਸੀ। ਸਾਰੇ ਲੁਧਿਆਣੇ ਦੇ ਆ। ਤੇ ਇਸ 'ਚ ਸਿਰਫ ਲੁਧਿਆਣੇ ਦੇ ਬੰਦੇ ਪਾਰਟਿਸਿਪੇਟ ਕਰਦੇ? ਨਹੀਂ, ਇਹ ਮੇਰੀ ਟੀਮ ਸੀ 5-7 ਬੰਦਿਆਂ ਦੀ। ਉੱਥੋਂ ਜਲੰਧਰ ਦੇ ਵੀ 10 ਕੁ ਬੰਦੇ ਸੀ, ਉਹ ਵੀ ਮੁੰਡੇ ਬਹੁਤ ਵਧੀਆ ਸੀ ਜਿਹੜੇ ਉੱਥੇ ਦੇ ਰਾਈਡਰ ਸੀਗੇ। ਉਸ ਤੋਂ ਬਾਅਦ ਆਈ ਮੇਰੀ ਦੀਵਾਲੀ ਤੋਂ ਅਗਲੇ ਦਿਨ 14 ਤਰੀਕ ਦੀ ਦੀਵਾਲੀ ਸੀ। ਤਾਂ ਸਰ ਬਾਰਿਸ਼ ਹੀ ਬੜੀ ਸੀ, ਹਨੇਰਾ ਹੀ ਪੈ ਗਿਆ, ਕਿਉਂ ਝੂਠ ਬੋਲਦੇ? ਉਹ ਮੈਂ ਦੱਸਦਾ ਹੁਣੀ। 14 ਤਰੀਕ ਨੂੰ ਦੀਵਾਲੀ ਸੀ, 15 ਤਰੀਕ ਨੂੰ ਸਾਡੀ ਰਾਈਡ ਸੀਗੀ, ਪਰ ਉਹ ਰੋਹਿਤ ਭਾਜੀ ਨੇ ਇੱਕ ਕੰਮ ਕੀਤਾ ਕਿ 6 ਵਜੇ ਦੀ ਬਜਾਏ 8 ਵਜੇ ਸ਼ੁਰੂ ਕੀਤੀ, ਕਿਉਂਕਿ ਰਾਤ ਨੂੰ ਲੇਟ ਸੁੱਤੇ ਸੀ ਸਾਰੇ ਅਸੀਂ। ਉਹਦਾ ਰੂਟ ਕੀ ਸੀਗਾ? ਉਹਦਾ ਰੂਟ ਸੀ ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਪਠਾਨਕੋਟ, ਪਠਾਨਕੋਟ ਤੋਂ ਜਲੰਧਰ, ਜਲੰਧਰ ਤੋਂ ਰਾਜਪੁਰਾ, ਰਾਜਪੁਰਾ ਤੋਂ ਜਲੰਧਰ। ਜਦੋਂ ਮੈਂ ਪਠਾਨਕੋਟ ਤੋਂ 30 ਕਿਲੋਮੀਟਰ ਪਿੱਛੇ ਸੀਗਾ, ਉਸ ਟਾਈਮ ਦੇ ਉੱਤੇ ਦੁਪਹਿਰ ਦੇ 1:30 ਜਾਂ 2 ਵਜੇ ਸੀ, ਪੂਰਾ ਗੁੱਪ ਹਨੇਰਾ ਹੋ ਗਿਆ, ਬਹੁਤ ਜ਼ਬਰਦਸਤ ਬਾਰਿਸ਼, ਬਿਜਲੀ, ਅਤੇ ਦੈਨ ਉਹ ਤੋਂ ਬਾਅਦ ਹਵਾ। ਮੇਰੀ ਇੱਕ ਸਟੇਜ ਦੇ ਉੱਤੇ ਐਸਾ ਸੀਗਾ ਕਿ ਮੈਂ ਆਪਣੇ ਸਾਈਕਲ ਦੇ ਨਾਲ ਹੀ, ਮੇਰਾ ਸਾਈਕਲ ਨਾ ਉੱਡ ਜਾਵੇ, ਉਹਦੇ ਨਾਲ ਮੇਰੇ ਉੱਥੇ ਜਲੰਧਰ ਦੇ 4-5 ਰਾਈਡਰ ਸੀ ਜਿਨ੍ਹਾਂ ਨੇ ਪਹਿਲੀ ਵਾਰ ਕਰ ਰਹੇ ਸੀ। ਉਹ ਕਹਿੰਦੇ ਭਾਜੀ ਹੁਣ ਕੀ ਕਰੀਏ? ਮੈਂ ਕਿਹਾ ਨਹੀਂ, ਹੁਣ ਇਹੀ ਹੈ, ਆਪਾਂ ਰੁਕੀਏ। ਅਸੀਂ ਇੱਕ ਜਗ੍ਹਾ ਦੇ ਉੱਤੇ ਰੁਕੇ। ਮੈਂ ਕਿਹਾ 15 ਕੁ ਮਿੰਟ ਦੇ ਵਿੱਚ ਇਹ ਸਾਰੇ ਦਾ ਸਾਰਾ ਜਿਹੜਾ ਗੁੱਪ ਹਨੇਰਾ ਹੈ ਠੀਕ ਹੋ ਜਾਣਾ ਹੈਗਾ, ਬਾਰਿਸ਼ ਦੇਖਦੇ ਆ। ਚਲੋ ਵਾਕਈ ਹੋ ਗਿਆ ਠੀਕ। 30 ਕਿਲੋਮੀਟਰ ਸੀ, ਮੈਂ ਕਿਹਾ ਹੁਣ ਹਿੰਮਤ ਨਾਲ 30 ਕਿਲੋਮੀਟਰ ਕੱਢੋ। ਉਸ ਦਿਨ ਮੇਰੇ ਹਿਸਾਬ ਨਾਲ ਅਰਾਊਂਡ 24 ਕੁ ਘੰਟੇ ਬਾਰਿਸ਼ ਹੋਈ ਹੈ। 24 ਹੀ ਘੰਟੇ ਅਸੀਂ ਪੂਰੇ ਦੇ ਪੂਰੇ ਬਾਰਿਸ਼ ਦੇ ਵਿੱਚ ਭਿੱਜੇ। ਪਠਾਨਕੋਟ ਜਾ ਕੇ ਮੇਰੇ 185 ਕਿਲੋਮੀਟਰ ਹੋਏ ਸੀ, ਉੱਥੇ ਅਸੀਂ ਸਟੇ ਲਿਆ। 1-1.5 ਘੰਟਾ ਅਸੀਂ ਵੇਟ ਕਰਦੇ ਰਹੇ। ਫਿਰ ਜਦੋਂ ਕੁਛ ਨਾ ਹੋਇਆ, ਫਿਰ ਉੱਥੋਂ ਅਸੀਂ ਲੋਕਲ ਮਾਰਕੀਟ ਦੇ ਵਿੱਚੋਂ ਰੇਨਕੋਟ ਪਰਚੇਸ ਕੀਤੇ। ਉਹ ਰੇਨਕੋਟ ਪਾਏ। ਉਹ ਰੇਨਕੋਟ ਪਾ ਕੇ ਅਸੀਂ ਫਿਰ ਜਲੰਧਰ ਹਵੇਲੀ ਆਏ। ਫਿਰ ਅਸੀਂ ਟੋਟਲ ਗਿੱਲੇ ਹੋ ਗਏ। ਉਸ ਤੋਂ ਬਾਅਦ ਹਵੇਲੀ ਤੋਂ ਫਿਰ ਟਾਈਮ ਬਹੁਤ ਵੇਸਟ ਹੋ ਗਿਆ ਸੀ, 40 ਘੰਟੇ 'ਚ ਮੁਕਾਣੀ ਸੀ। ਚੱਲਦੇ ਗਏ। ਸਵੇਰੇ ਅਸੀਂ ਫਿਰ ਲੁਧਿਆਣੇ ਪਹੁੰਚੇ। ਲੁਧਿਆਣੇ ਉੱਥੇ ਆ ਕੇ ਮੇਰਾ ਹੋਮ ਟਾਊਨ ਸੀ, ਉੱਥੋਂ ਫਿਰ ਮੈਂ ਕਿਸੇ ਨੂੰ ਕਹਿ ਕੇ ਆਪਣੇ ਕੱਪੜੇ ਮੰਗਵਾਏ, ਕਿਉਂਕਿ ਟੋਟਲ ਮੇਰੇ ਕੱਪੜੇ ਗਿੱਲੇ ਹੋ ਚੁੱਕੇ ਸੀ। ਉਹ ਬਦਲ ਕੇ ਫਿਰ ਰਾਜਪੁਰਾ ਗਿਆ। ਰਾਜਪੁਰੇ ਤੋਂ ਵਾਪਸ ਜਲੰਧਰ ਮੈਂ ਪਹੁੰਚਿਆ। ਉਹ ਮੇਰੀ ਰਾਈਡ 38 ਘੰਟੇ ਦੇ ਵਿੱਚ ਜਾਂ 38.5 ਘੰਟੇ ਦੇ ਵਿੱਚ ਮੈਂ ਪੂਰੀ ਕੀਤੀ ਉਹ ਵਾਲੀ। 22 ਤਰੀਕ ਨੂੰ ਮੇਰੀ 200 ਸੀ। ਉਹ ਇਹਨਾਂ ਨਾਲ ਪਹਿਲਾਂ ਹੀ ਕਮਿਟਡ ਸੀ ਮੇਰੀ, ਅਸ਼ੋਕ ਮਲਹੋਤਰਾ ਜੀ ਨਾਲ, ਕਿ ਭਾਜੀ ਤੁਸੀਂ 200 ਲਾਣੀ ਹੈ। ਉਹਦੇ 'ਚ ਅਸੀਂ 2 ਸੀ। ਹਾਂ, ਜਿਹੜੀ 600 ਦੇ ਵਿੱਚ ਸੀ, ਉਹਦੀ ਮੇਰੀ ਟੀਮ ਕਿਹੜੀ ਸੀਗੀ? ਸੁਨਾਇਆ, ਡਾਕਟਰ ਪਵਨ ਢੀਗਰਾ ਅਤੇ ਆਕਾਸ਼ ਮੱਕੜ। ਇੱਥੋਂ ਲੁਧਿਆਣੇ ਤੋਂ ਅਸੀਂ ਆਕਾਸ਼ ਮੱਕੜ, ਕਮਰ ਗਿੱਲ ਪਟਿਆਲੇ ਤੋਂ, ਸਾਡਾ ਬਹੁਤ ਵਧੀਆ ਰਾਈਡਰ, ਬਹੁਤ ਵਧੀਆ ਯਾਰ, ਬੜਾ ਪਿਆਰਾ ਯਾਰ ਹੈ ਉਹ। ਮਤਲਬ ਕਿ ਯਾਰਾਂ ਦਾ ਯਾਰ ਹੈ। ਜਿੱਥੇ ਅਸੀਂ ਕਿਤੇ ਕੋਈ ਪ੍ਰੋਬਲਮ ਦੇ ਵਿੱਚ ਵੀ ਆਏ, ਉਹ ਬੰਦੇ ਨੇ ਸਾਡੇ ਨਾਲ ਰਿਹਾ ਹੈਗਾ। ਉਹ ਬਹੁਤ ਸਪੀਡ ਵਾਲਾ ਰਾਈਡਰ ਹੈ
ਅਸੀਂ ਐਵਰੇਜ ਸਪੀਡ ਵਾਲੇ ਆ, ਉਹਨੂੰ ਆਪਣੀ ਸਪੀਡ ਸਾਡੇ ਨਾਲ ਬਰਾਬਰ ਕਰਕੇ ਚੱਲਿਆ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ 200 ਵਾਲੇ ਦੇ ਵਿੱਚ ਅਸੀਂ ਸੀਗੇ 40 ਬੰਦੇ, 35 ਜਾਂ 40 ਬੰਦੇ। ਲੁਧਿਆਣੇ ਤੋਂ 5-7 ਸੀਗੇ, ਜਲੰਧਰ ਦੇ ਬਹੁਤ ਬੰਦੇ ਸੀਗੇ। ਉਹਦੇ 'ਚ ਰੂਟ ਸੀਗਾ 5-7 ਦੀ ਲੋਡ ਸੀਗੀ ਤੁਹਾਡੇ ਦੋਨਾਂ ਦੇ ਹੋਣ ਦੇ ਬਾਵਜੂਦ। ਜਿੱਦਾਂ ਦਾ ਤੁਸੀਂ ਚਲੋ ਆਪਣਾ ਤਾਂ ਸੀਗਾ ਨਾਲ ਇੱਕ ਹੋਰ ਬੰਦਾ ਜੋੜ ਲਿਆ, ਉਹਦੇ ਘਰ ਦੇ ਵੀ ਗਾਲਾਂ ਕੱਢਦੇ ਹੋਣੇ ਕਿ ਭਾਈ ਸਾਹਿਬ। ਇਹ ਤੁਹਾਨੂੰ ਮੈਂ ਦੱਸ ਰਿਹਾ 300 ਦੇ ਵਿੱਚ ਇਹੀ ਕਾਂਡ ਹੋਇਆ। ਇਹ ਸਾਡੇ ਅਸ਼ੋਕ ਭਾਜੀ ਘਰੋਂ ਦੱਸ ਕੇ ਨਾ ਆਏ ਕਿ ਮੈਂ ਚੱਲਾਂ ਹੈਗਾ, ਮੈਂ ਚੱਲਾਂ। ਉਹ ਕਹਿੰਦੇ ਰਜਨੀਸ਼ ਨਾਲ ਹੈ, ਕਹਿੰਦੇ ਹਾਂ ਨਾਲ ਹੈ, ਕਹਿੰਦੇ ਚੱਲ ਜਾਇਆ। ਉਹ ਪੰਗਾ ਇਹ ਪਿਆ ਜਦੋਂ ਰਾਤ ਨੂੰ ਰਾਈਡ ਖਤਮ ਹੋਈ 2 ਵਜੇ। ਹਾਂ ਹੁਣ ਆਏ ਫਿਰ ਮੈਨੂੰ ਫੋਨ ਆਇਆ ਇਹਨਾਂ ਦੇ ਵਾਈਫ ਦਾ ਤੇ ਇਹਨਾਂ ਦੇ ਬੇਟੇ ਦਾ ਕਿ ਤੁਸੀਂ ਕਿੱਥੇ ਹੋ। ਮੈਂ ਕਿਹਾ ਤੁਹਾਡੇ ਨਾਲ ਹੈ। ਮੈਂ ਕਿਹਾ ਹਾਂ। ਮੈਂ ਉਹਨਾਂ ਨੂੰ ਫਿਰ ਦੱਸਿਆ ਕਿ ਅਸੀਂ ਰਾਈਡ ਦੇ ਉੱਤੇ ਹੈਗੇ ਆ ਇਸ ਤਰ੍ਹਾਂ ਦੇ ਨਾਲ। ਫਿਰ ਉਹਨਾਂ ਨੇ ਮੈਨੂੰ ਨਹੀਂ ਕਿ ਚੱਲਾ ਗਿਆ ਸੀ ਕਿ ਝੱਲਾ ਗਿਆ ਸੀ? ਨਹੀਂ ਚੱਲਾ ਹੀ ਕਿਹਾ ਸੀ। ਨਹੀਂ ਤੇ ਇਹ ਕੰਮ ਚੱਲਿਆਂ ਵਾਲਾ ਹੀ ਹੈ ਭੱਜਣਾ। ਤੇ ਫਿਰ ਅਗਲੀ ਵਾਰ ਜਦੋਂ 200 ਲਾਣ ਗਏ, ਪਹਿਲਾਂ ਮੈਂ ਬੇਟੇ ਨੂੰ ਫੋਨ ਕੀਤਾ ਨੰਨੂ ਨੂੰ ਕਿ ਬੇਟਾ ਕੱਲ੍ਹ ਅਸੀਂ 200 ਲਗਾਉਣ ਜਾਣਾ ਹੈਗਾ, ਜਾਈ। ਉਹ ਕਹਿੰਦਾ ਜਲਦੀ ਖਤਮ ਹੋ ਜਾਣੀ ਹੈ, 10-11 ਘੰਟੇ ਦੀ ਹੈਗੀ ਆ, ਤੁਸੀਂ ਜਾਇਓ। ਫਿਰ ਅਸੀਂ 200 ਦੀ ਜਦੋਂ ਖ਼ਤਮ ਕੀਤੀ, ਲਾਸਟ ਦੇ ਵਿੱਚ ਪ੍ਰੋਬਲਮ ਤਾਂ ਆਈਆਂ, ਪਰ ਇਹ ਬੰਦੇ ਦੀ ਹਿੰਮਤ ਹੈਗੀ ਹੈ, ਕੰਪਲੀਟ ਕਰ ਗਿਆ। ਇਹ 21 ਦਿਨ ਦੇ ਵਿੱਚ ਮੈਂ 1500 ਕਿਲੋਮੀਟਰ ਔਰ ਇਹਨਾਂ ਨੇ 500 ਕਿਲੋਮੀਟਰ ਕੰਪਲੀਟ ਕੀਤੀ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤੇ ਹੌਕ ਰਾਈਡਰ ਜਿਹੜੇ ਹੈਗੇ ਆ ਸਾਡੇ ਰੋਹਿਤ ਭਾਜੀ, ਉਹਨਾਂ ਨੇ ਬਹੁਤ ਅੱਛੀ ਪਾਰਟੀ ਦਿੱਤੀ। ਮੈਨੂੰ ਉੱਥੇ ਸੁਪਰ ਐਂਡਮ SR ਦੀ ਟਰੋਫੀ ਦਿੱਤੀ, ਕੇਕ ਕੱਟਿਆ ਉਹਨਾਂ ਨੇ ਔਰ ਬੜੀ ਅੱਛੀ ਸੈਲੀਬ੍ਰੇਸ਼ਨ ਕੀਤੀ। ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈਗਾ, ਫਿਰ ਜਦੋਂ ਅਸੀਂ ਸਾਈਕਲ ਚਲਾਉਂਦੇ ਹੈਗੇ, ਇੱਕ ਫੀਲਿੰਗ ਤੁਹਾਨੂੰ ਦੱਸਣਾ ਚਾਹਨਾ ਹੈਗਾ। ਬੋਰ ਹੁੰਦੇ ਫਿਰ ਅਸੀਂ ਆਪਣੇ ਆਪ ਨੂੰ ਕੁਐਸਚਨ ਕਰਦੇ ਹਾਂ ਕਿ ਇਹ ਕੀ ਕਰ ਰਹੇ ਆ। ਫਿਰ ਅਸੀਂ ਕਹਿੰਦੇ ਹਾਂ ਪਾਗਲ ਹੈ। ਫਿਰ ਉਹਦੇ ਵਿੱਚ ਉੱਥੇ ਰਸਤੇ ਦੇ ਵਿੱਚ ਹੀ ਆਪਣੇ ਆਪ 'ਚ ਗੱਲਾਂ ਕਰਦੇ ਅਸੀਂ ਕਸਮ ਖਾ ਲੈਂਦੇ ਹਾਂ ਇਹ ਲਾਸਟ ਹੈ, ਇਸ ਤੋਂ ਬਾਅਦ ਨਹੀਂ ਕਰਨਾ। ਜਦੋਂ ਤੁਸੀਂ ਪਹੁੰਚਦੇ ਹੋ, ਤੁਹਾਨੂੰ ਟਰੋਫੀ ਮਿਲਦੀ ਆ, ਤੁਹਾਨੂੰ ਟਾਈਟਲ ਮਿਲ ਜਾਂਦਾ ਹੈਗਾ, ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਆ, ਯਾਰਾਂ ਦੋਸਤ ਕਹਿੰਦੇ ਕਰਦੇ ਆ, ਫਿਰ ਦਵਾਤੀ ਚਾਰਜ ਹੋ ਜਾਂਦੀ। ਅਗਲੀ ਵਾਰ ਸਾਈਕਲ ਫਿਰ ਉਹ ਯਾਰ ਦੋਸਤ ਫੋਕੀ ਵਾਹ ਉਹ ਕਹਿੰਦੇ ਨੇ ਤਨੇ ਤੇ ਝਾੜ ਤੇ ਚੜਾ ਦਿੰਦੇ। ਫਿਰ ਬੰਦਾ ਕਹਿੰਦਾ ਫਿਰ ਇੱਕ ਵਾਰੀ ਫਦੂਰ ਕਰ। ਨਹੀਂ ਇੱਦਾਂ ਨਾ, ਇਹ ਫੋਕੀ ਵਾਹ ਨਹੀਂ ਹੈ। ਇਹ ਹਰੇਕ ਜਿਹੜਾ ਸਾਈਕਲਿਸਟ ਹੈ ਉਹਨੂੰ ਪਤਾ ਹੈਗਾ ਕਿ ਜਿਹੜੇ ਬੰਦੇ ਨੇ SR 1500 ਕਿਲੋਮੀਟਰ ਕੀਤੀ ਹੈ, ਇਹਦਾ ਪੇਨ ਕੀ ਹੈ। ਇਹ ਤਾਂ ਸਾਨੂੰ ਹੀ ਪਤਾ ਹੈਗਾ ਕਿ ਇਹ 1500 ਕਿਲੋਮੀਟਰ ਲੱਗਦੀ ਕਿੱਦਾਂ ਹੈਗੀ ਆ। ਸਾਰਿਆਂ 'ਚ ਇੱਕ ਕੁਐਸਚਨ ਆਇਆ ਤੁਹਾਡੇ ਦੋਨਾਂ ਤੋਂ ਹੈ, ਖਾਸ ਕਰਕੇ ਅਸ਼ੋਕ ਜੀ ਤੁਹਾਡੇ ਨਾਲ, ਤੁਹਾਡੀ ਆਪਣੇ ਬੱਚਿਆਂ ਨਾਲ ਜਾਂ ਵਾਈਫ ਨਾਲ ਬਣਦੀ ਹੈ? ਬਿਲਕੁਲ ਬਣਦੀ ਹੈ ਜੀ, ਬਿਲਕੁਲ ਬਣਦੀ ਹੈ, ਤਾਂ ਹੀ ਇਹ ਸੰਘਰਸ਼ ਕਰ ਰਹੇ ਹਾਂ ਜੀ ਪੂਰਾ। ਨਹੀਂ ਸਾਨੂੰ ਤਾਂ ਇਹ ਲੱਗਦਾ ਤੁਸੀਂ ਘਰੋਂ ਬਾਹਰ ਨਿਕਲਣ ਦਾ ਬਹਾਨਾ ਲੱਭਦੇ ਹੋ। ਨਹੀਂ ਘਰੋਂ ਬਾਹਰ ਜਾਣ ਦਾ ਨਹੀਂ ਬਹਾਨਾ ਲੱਭਦੇ। ਸੋਚੋ ਨਾ ਜੀ, ਇੰਨੀ ਦੇਰ ਤੁਸੀਂ 24 ਘੰਟੇ ਘਰ ਨਾ ਵੜੋ, ਬੰਦਾ ਉਹੀ ਹੁੰਦਾ ਨਾ ਜਿਹਦਾ ਘਰੇ ਬੰਦੀ ਨਾ ਹੋਵੇ। ਨਹੀਂ, ਮੇਰਾ ਬੇਟਾ ਬੇਟੀ ਮੇਰਾ ਬਹੁਤ ਸਾਥ ਦਿੰਦੇ ਹੈ, ਵਾਈਫ ਵੀ ਬਹੁਤ ਸਾਥ ਦਿੰਦੀ ਹੈ। ਭਗਵਾਨ ਬੋਲੇ ਸ਼ੰਕਰ ਦੀ ਮੇਰੇ ਤੇ ਬਹੁਤ ਅਪਾਰ ਕਿਰਪਾ ਹੈ, ਜਿਹੜੀ ਮੈਂ 300 ਵੀ ਲਗਾਇਆ। ਸ੍ਰਿਸ਼ਟੀ ਤੇ ਹੈਗੀ ਹੈ ਤੁਹਾਡੇ ਤੇ। ਬਸ ਮੇਰੇ ਤੇ ਸਮਝ ਲਓ ਵੀ ਅਲੱਗ ਕਿਰਪਾ ਹੈ ਜੀ, ਕਿਉਂਕਿ ਮੈਂ 5 ਕੈਲਾਸ਼ ਵੀ ਕੀਤੇ ਹੋਏ ਆ। 5 ਕੈਲਾਸ਼ ਨੇ, ਸ਼੍ਰੀ ਕਿਨਰ ਕੈਲਾਸ਼, ਸ਼੍ਰੀ ਖੰਡ ਕੈਲਾਸ਼, ਸ਼੍ਰੀ ਮਨੀ ਮਹੇਸ਼ ਕੈਲਾਸ਼, ਸ਼੍ਰੀ ਆਦਿ ਕੈਲਾਸ਼, ਕੈਲਾਸ਼ ਮਾਨਸਰੋਵਰ। ਇਹ ਮੈਂ ਆਪਣੇ ਬੇਟੇ ਨਾਲ ਵੀ ਕੀਤੇ। ਇਹਦੇ 'ਚੋਂ ਕੈਲਾਸ਼ ਮਾਨਸਰੋਵਰ 2007 'ਚ ਮੈਂ ਆਪਣੇ ਬੇਟੇ ਨਾਲ ਵੀ ਕੀਤਾ ਜੀ। 5 ਕੈਲਾਸ਼ ਕਰਨੇ ਬਹੁਤ ਮੁਸ਼ਕਿਲ ਨੇ। ਮੈਂ ਇਸੇ ਕਰਕੇ ਕਹਿੰਦਾ ਭਗਵਾਨ ਭੋਲੇਨਾਥ ਦੀ ਕਿਰਪਾ ਦੇ ਨਾਲ ਬਹੁਤ ਬੜੀਆ ਰਿਹਾ ਜੀ। ਨਾਲ ਰਜਨੀਸ਼ ਸ਼ਰਮਾ ਜੀ ਦਾ ਵੀ ਆਸ਼ੀਰਵਾਦ ਰਿਹਾ ਮੈਨੂੰ ਬਹੁਤ ਜ਼ਿਆਦਾ। ਤੇ ਇਹਨਾਂ ਦਾ ਆਸ਼ੀਰਵਾਦ ਰਿਹਾ ਕਿ ਤੁਸੀਂ? ਆਸ਼ੀਰਵਾਦ ਛੋਟੇ ਭਰਾਵਾਂ ਦਾ ਹੁੰਦਾ ਵੀ ਹੈ ਜੀ। ਰਜਨੀਸ਼ ਜੀ ਦਾ ਆਸ਼ੀਰਵਾਦ ਹੈ ਵੀ ਜਿਹੜਾ ਮੈਂ 300 ਤੇ 200 ਕਿਲੋਮੀਟਰ ਲਗਾਤੀ, ਜਿਹੜੀ ਕਿ ਮੈਂ ਸੋਚ ਨਹੀਂ ਸਕਦਾ। ਸਾਈਕਲ ਵੀ ਇਹਨਾਂ ਨੇ ਪ੍ਰੋਵਾਈਡ ਕਰਾਇਆ। ਮੈਡਮ ਮੇਗਾ ਜੀ ਹੈਗੇ ਆ, ਉਹ ਵੀ ਇੰਟਰਨੈਸ਼ਨਲ ਸਾਈਕਲਿਸਟ ਹੈ। ਉਹਨਾਂ ਦਾ ਸਾਈਕਲ ਲੈ ਕੇ ਜਿਹੜਾ ਮੈਂ ਲਾਈਫ ਦੇ ਵਿੱਚ ਪਹਿਲੀ ਵਾਰੀ ਰੋਡੀ ਸਾਈਕਲ ਚਲਾਇਆ, ਜਿਹੜਾ ਕਿ ਚਲਾਉਣਾ ਬੜਾ ਮੁਸ਼ਕਲ ਹੈ, ਤੇ ਉਹਦੇ ਤੇ ਮੈਨੂੰ 300 ਤੇ 200 ਮੈਂ ਲਗਾਈ। ਬਹੁਤ ਅੱਛਾ ਲੱਗਿਆ। ਤੁਹਾਨੂੰ ਕਿਹੜਾ ਖਿਤਾਬ ਮਿਲਿਆ? ਕਿਤਾਬ ਤਾਂ ਝੱਲਿਆਂ ਵਾਲਾ ਹੀ ਪਾਗਲ ਹੀ ਕਹਿੰਦੇ ਆ ਜੀ। ਕੁਛ ਜਿੰਨੇ ਤਾਂ ਸਾਨੂੰ ਵੀ ਇਹ ਪਾਗਲ ਹੋ ਗਏ ਆ ਦੋਨੇ ਜਿਹਨੇ। ਰਜਨੀਸ਼ ਜੀ ਨੂੰ ਵੀ ਕਹਿੰਦੇ ਆ, ਰਜਨੀਸ਼ ਜੀ ਨੂੰ ਜ਼ਿਆਦਾ ਕਹਿੰਦੇ ਆ ਕਿਉਂਕਿ ਮੈਂ ਤਾਂ ਇਹਨਾਂ ਨੂੰ ਸਪੋਰਟ ਕੀਤੀ ਹੈ ਨਾ, ਉਹਦੇ ਕਰਕੇ ਸਾਨੂੰ ਕਹਿੰਦੇ। ਤੁਸੀਂ ਕਹਿੰਦੇ ਹੋ ਇੱਕ ਨਾਲ ਇੱਕ ਫਰੀ। ਬਸ ਇੱਕ ਨਾਲ ਇੱਕ ਫਰੀ। ਸਾਨੂੰ ਲੁਧਿਆਣੇ ਸਪੋਰਟ ਬਹੁਤ ਮਿਲੀ ਹੈ ਜੀ। ਮੈਂ ਜਨ ਤੇਸ਼ੀ ਦੇ ਥਰੂ ਕਹਿਣਾ ਚਾਹੁੰਦਾ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੈ ਸ਼੍ਰੀ ਵਰਿੰਦਰ ਸ਼ਰਮਾ ਜੀ, ਇਹ ਸਾਨੂੰ ਬਹੁਤ ਮੋਟੀਵੇਸ਼ਨ ਕਰਦੇ ਆ ਜੀ, ਬਹੁਤ ਜ਼ਿਆਦਾ। ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, DC ਸਾਹਿਬ ਦਾ। ਨਾਲ ਮੈਂ ਕਰਨਾ ਚਾਹੁੰਦਾ ਲੁਧਿਆਣੇ ਦੇ ਮੰਤਰੀ ਆਸ਼ੂ ਜੀ ਦਾ। ਜਦੋਂ ਵੀ ਅਸੀਂ ਕੁਝ ਕਰਕੇ ਆਉਂਦੇ ਹਾਂ ਤੇ ਆਸ਼ੂ ਜੀ ਸਾਨੂੰ ਫੋਨ ਕਰਕੇ ਬੁਲਾਉਂਦੇ ਆ ਔਰ ਸਾਡਾ ਮਾਨ ਸਨਮਾਨ ਕਰਦੇ ਆ। DC ਸਾਹਿਬ ਵੀ ਕਰਦੇ ਆ ਤੇ ਮੰਤਰੀ ਆਸ਼ੂ ਜੀ ਵੀ ਕਰਦੇ ਆ। ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਇਹ ਰਜਨੀਸ਼ ਸ਼ਰਮਾ ਨੂੰ ਪੁੱਛ ਲਓ ਵੀ ਕਿੰਨਾ ਉਹ ਮਾਨ ਸਨਮਾਨ ਸਾਡਾ DC ਸਾਹਿਬ ਕਰਦੇ ਆ, ਕਿੰਨਾ ਸਾਡਾ ਮੰਤਰੀ ਆਸ਼ੂ ਜੀ ਕਰਦੇ ਆ। ਤੇ ਰਜਨੀਸ਼ ਜੀ ਇਹ ਦੱਸੋ ਕਿ ਤੁਸੀਂ ਹਜੇ
ਇੱਕ ਹਜੇ ਪ੍ਰੋਪਰ ਕੀਤੀ ਸੀਗੀ, ਵਰਲਡ ਰਿਕਾਰਡ ਬਣਾਇਆ ਸੀ, ਕਿ ਇਹਦੇ ਵਿੱਚ ਵੀ ਕੋਈ ਵਰਲਡ ਰਿਕਾਰਡ ਬਣਾਏ ਜਾਂ ਕੀ ਇਹ ਹੁੰਦਾ ਇਹਦੇ ਵਿੱਚ? ਨਹੀਂ, ਇਹ ਵਰਲਡ ਰਿਕਾਰਡ ਨਹੀਂ ਹੈਗਾ, ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਇਵੈਂਟ ਹੈਗਾ ਜਿਹਨੂੰ SR ਬੋਲਦੇ ਹੈਗੇ ਆ, ਬਰੇਵੇ ਬੋਲਦੇ ਹੈਗੇ। ਇਹ ਪਾਰਟਿਸਿਪੇਸ਼ਨ ਹੀ ਵਰਲਡ ਰਿਕਾਰਡ ਹੈ। ਇਹਦੇ 'ਚ ਤੁਸੀਂ ਪਾਰਟਿਸਿਪੇਸ਼ਨ ਦਾ ਹੀ ਮੇਨ ਇੰਪੋਰਟੈਂਸ। ਜਦੋਂ ਤੁਸੀਂ ਪਾਰਟਿਸਿਪੇਟ ਕਰਕੇ ਵਿਦਿਨ ਟਾਈਮ ਇਹਨੂੰ ਕੰਪਲੀਟ ਕਰ ਗਏ, ਇਹਦੇ 'ਚ ਕੋਈ ਕੰਪੀਟੀਸ਼ਨ ਨਹੀਂ ਆ ਕਿ ਪਹਿਲਾ ਨੰਬਰ ਦੂਜਾ ਨੰਬਰ, ਕੁਝ ਨਹੀਂ ਹੁੰਦਾ। ਤੁਸੀਂ 1500 ਕਿਲੋਮੀਟਰ ਕਰ ਗਏ, ਤੁਹਾਨੂੰ SR ਦਾ ਟਾਈਟਲ ਮਿਲ ਗਿਆ, ਇਸ ਦਾ ਮਤਲਬ ਮੀਨਸ ਸਮਥਿੰਗ। ਕਿੰਨੇ ਕੁ ਬੰਦਿਆਂ ਨੇ ਪਾਰਟਿਸਿਪੇਟ ਕੀਤਾ ਸੀ ਸਰ? ਅਰਾਊਂਡ ਮੇਰੇ ਹਿਸਾਬ ਨਾਲ ਅਲੱਗ-ਅਲੱਗ ਦੇ ਵਿੱਚ ਸੀ। ਮੇਰੇ ਹਿਸਾਬ ਨਾਲ ਜਿਹੜੇ SR ਬਣੇ ਹੈਗੇ ਆ ਫਸਟ ਟਾਈਮ, ਉਹਦੇ 'ਚ 21 ਦਿਨ ਦੇ ਵਿੱਚ ਮੈਨੂੰ ਲੱਗਦਾ 10 ਜਣੇ ਸੀਗੇ। ਉੱਥੋਂ ਲੁਧਿਆਣੇ ਤੋਂ ਮੈਂ ਇਕੱਲਾ ਸੀਗਾ, ਤੇ ਹੋਰ ਉੱਥੋਂ ਦੂਸਰਾ ਜਲੰਧਰ ਵਾਲੇ ਮੁੰਡੇ ਸੀਗੇ। ਇੱਕ ਸਾਡੇ ਬਲਰਾਜ ਚੌਹਾਨ ਭਾਜੀ ਹੈਗੇ ਆ ਹੁਸ਼ਿਆਰਪੁਰ ਤੋਂ, ਅਲਟੀਮੇਟ ਰਾਈਟਰ, ਉਹਨਾਂ ਨੇ ਵੀ SR ਕੀਤੀ ਹੈਗੀ ਆ। ਇੱਕ ਹਾਂ ਸਪੈਸ਼ਲ ਮੈਂ ਕਹਿਣਾ ਚਾਹੁੰਦਾ ਹੈਗਾ, ਜਿਹੜਾ ਥੈਂਕਸ ਕਹਿਣਾ ਹੈਗਾ ਡਾਕਟਰ ਪਵਨ ਢਿੰਗਰਾ ਦਾ ਤਾਂ ਕਿਹਾ ਹੈਗਾ। ਇੱਕ ਸਾਡੇ ਭਾਈ ਸਾਹਿਬ ਹੈਗੇ ਹਨੀ ਪਿੰਡਰ ਹੁਸ਼ਿਆਰਪੁਰ ਤੋਂ, ਤੁਸੀਂ ਉਹ ਬੰਦੇ ਨੂੰ ਜੇ ਦੇਖੋ, ਅਲਟੀਮੇਟ ਸਾਈਕਲਿਸਟ, ਅਲਟੀਮੇਟ ਬੰਦਾ। ਹੋਇਆ ਕਿ 200 ਦੇ ਵਿੱਚ ਸਾਡੀ ਅਸ਼ੋਕ ਭਾਜੀ ਦੇ ਸਾਈਕਲ ਦਾ ਪੈਂਚਰ ਹੋ ਗਿਆ। ਪੈਂਚਰ ਲਾਣਾ ਇੱਕ ਇਹਦੇ 'ਚ ਆਰਟ ਹੈ, ਤੁਸੀਂ ਉਹਨੂੰ ਹਰ ਬੰਦਾ ਨਹੀਂ ਖੋਲ ਸਕਦਾ। ਹੁਣ ਮੈਂ ਚਾਰਟਰਡ ਅਕਾਊਂਟੈਂਟ ਹੈਗਾ, ਮੈਨੂੰ ਕਿੱਥੇ ਪੈਂਚਰ ਆਉਂਦੇ ਆ। ਹਨੀ ਪਿੰਡਰ ਭਾਜੀ ਆਏ, ਕਹਿੰਦੇ ਕੀ ਹੋਇਆ? ਪੈਂਚਰ ਹੋਇਆ। ਕਹਿੰਦੇ ਪਰੇ ਹੋ ਜਾਓ। ਮਿੰਟ ਮੈਨੂੰ ਲੱਗਦਾ ਉਹ ਬੰਦੇ ਨੇ 5 ਲਾਏ, ਖੋਲ੍ਹਿਆ। ਉਸ ਬੰਦੇ ਨੂੰ ਉਸ ਟਾਈਮ 'ਤੇ ਜਦੋਂ ਪੈਂਚਰ ਨਹੀਂ, ਸਾਡੀ ਟਿਊਬ ਬਦਲ ਕੇ ਸਾਨੂੰ ਰੈਡੀ ਕਰਤਾ। ਫਿਰ ਉਸ ਟਾਈਮ 'ਤੇ ਉਹਨਾਂ ਨੂੰ ਮੈਂ ਇੱਕ ਖਿਤਾਬ ਦਿੱਤਾ ਕਿ ਤੁਸੀਂ ਭਾਜੀ ਸਾਈਕਲ ਦੇ ਡਾਕਟਰ ਹੋ। ਮੈਂ ਕੱਲ੍ਹ ਆਪਣੇ ਫੇਸਬੁੱਕ ਦੇ ਉੱਤੇ ਵੀ ਡਾਕਟਰ ਹਨੀ ਪਿੰਡਰ ਪਾਇਆ। ਥੈਂਕ ਯੂ ਹਨੀ ਭਾਜੀ। ਅਗਰ ਤੁਸੀਂ ਸਪੋਜ਼ ਉੱਥੇ ਨਾ ਸਪੋਰਟ ਕਰਦੇ ਤਾਂ ਸ਼ਾਇਦ ਇਹ ਰਾਈਡ ਪੂਰੀ ਨਾ ਹੁੰਦੀ। ਹੋਰ ਮੈਂ ਇੱਕ ਚੀਜ਼ ਹੋਰ ਦੱਸਣਾ, ਤੁਸੀਂ ਇਹਨਾਂ ਨੂੰ ਇੱਕ ਕੁਐਸਚਨ ਕੀਤਾ, ਤੁਹਾਨੂੰ ਨੂੰ ਟਾਈਟਲ, ਮੈਨੂੰ ਜੇ SR ਦਾ ਮਿਲਿਆ, ਤੁਹਾਨੂੰ ਕਿਹੜਾ ਮਿਲਿਆ? ਇਹਨਾਂ ਨੂੰ ਅੱਧਾ SR ਦਾ ਟਾਈਟਲ ਇਹਨਾਂ ਦੇ ਕੋਲ ਮਿਲਿਆ ਨਹੀਂ, ਹੋ ਗਿਆ। ਹੁਣ 31 ਅਕਤੂਬਰ ਤੱਕ ਦਾ ਟਾਈਮ ਹੈ ਮੇਰੇ ਕੋਲ। ਇਹਨਾਂ ਨੂੰ 2 ਰਾਈਡ ਹੋਰ ਲਵਾਉਣੀਆਂ, 400 ਤੇ 600। ਜਿੱਦਣ ਇਹ 400 ਤੇ 600 ਕਰ ਗਏ ਤੇ ਇਹ ਵੀ SR ਹੋ ਜੂਗੇ। ਉਹ ਲਵਾਉਣੀਆਂ ਹੀ ਲਵਾਉਣੀਆਂ ਹੈਗੀਆਂ, ਮੇਰੀ ਆਪਣੇ ਆਪ 'ਚ ਕਮਿਟਮੈਂਟ ਹੈ। ਬਾਕੀ ਭਗਵਾਨ ਭੋਲੇਨਾਥ ਦੀ ਤਾਂ ਆਸ਼ੀਰਵਾਦ ਇਹਨਾਂ 'ਤੇ ਹੈ ਹੀ ਹੈ। ਇੱਕ ਥੋੜ੍ਹਾ ਪਲਾਨ ਕਰਕੇ 400 ਔਰ 600 ਦੇ ਗੈਪ ਦੇ ਵਿੱਚ ਲਗਾ ਕੇ। ਸਰ ਇਹ ਸਾਰਾ ਕੱਚ ਕਰਕੇ ਜਿਹੜਾ ਤੁਸੀਂ ਪੰਜਾਬ ਦੇ, ਲੁਧਿਆਣੇ ਦੇ ਜਾਂ ਇੰਡੀਆ ਦੇ ਯੂਵਾ ਨੂੰ ਕੀ ਕਹਿਣਾ ਚਾਹੁੰਦੇ ਹੋ? ਮਤਲਬ ਤੁਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਅਸੀਂ ਰਜਾਈਆਂ ਨਹੀਂ ਛੱਡਦੇ ਟਾਈਮ 'ਤੇ, ਜਾਂ ਕਿਹੋ ਜਿਹੀ ਚੀਜ਼ਾਂ, ਕਿਹੜੀ ਤੁਸੀਂ ਸਪਿਰਿਟ ਦੇਣਾ ਚਾਹੁੰਦੇ ਹੋ, ਕਿਹੜਾ ਕੰਪਲੈਕਸ ਦੇਣਾ ਚਾਹੁੰਦੇ ਹੋ? ਮੈਂ ਪਿਛਲੀ ਵਾਰ ਵੀ ਪੁੱਛਿਆ ਸੀ, ਹੁਣ ਵੀ ਪੁੱਛਦਾ ਕਿ ਤੁਹਾਡੇ ਆਪਣੇ ਹੀ ਬੱਚਿਆਂ ਨੂੰ, ਸ਼ਾਇਦ ਮੈਨੂੰ ਤਾਂ ਤੁਹਾਡੇ, ਜੇ ਮੈਂ ਤੁਹਾਡੀ ਇੰਟਰਵਿਊ ਲੈ ਰਿਹਾ, ਮੈਨੂੰ ਹੀ ਇੰਟਰਨਲੀ ਸੋਚੀ ਜਾਂਦਾ ਕਿ ਯਾਰ ਮੈਂ ਕਿੱਦਾਂ ਇਸ ਬੰਦੇ ਨੂੰ ਕਹਾਂ, 53 ਸਾਲ ਦਾ ਤੇ 57 ਸਾਲ ਦਾ ਯੁਵਾ। ਤੁਸੀਂ ਤਾਂ ਇੰਡੀਆ ਦੇ ਯੁਵਾ ਦੀ ਉਹ ਹੀ ਬਦਲਤੀ ਹੈ, ਪਰਿਭਾਸ਼ਾ ਹੀ ਬਦਲਤੀ ਹੈ। ਹਾਂ, ਮੈਂ ਇਸ ਦੇ ਵਿੱਚ ਨਾ ਆਪਣੇ ਸਾਰੇ ਯੁਵਾ ਨੂੰ ਮੋਟੀਵੇਟ ਕਰਨਾ ਚਾਹੁੰਦਾ। ਮੈਂ ਜਿਸ ਤੋਂ ਪਿਛਲੀ ਇੰਟਰਵਿਊ ਦੇ ਵਿੱਚ ਵੀ ਬੋਲਿਆ, 53 ਸਾਲ ਵਾਲੇ, ਹਾਂ 53 ਤੋਂ ਪਹਿਲਾਂ ਤਾਂ ਮੈਂ ਛੋਟਿਆਂ ਨੂੰ ਕਰਨਾ, ਜਿੱਦਾਂ ਮੇਰੇ ਹੀ ਬੱਚੇ ਹੈਗੇ ਆ। ਮੇਰੇ ਜਿੱਦਾਂ ਮੈਂ ਆਪਣੀ ਮਦਰ ਦੇ ਨਾਲ ਰਹਿਣਾ ਹੈਗਾ, ਮੇਰੇ ਵਾਈਫ ਨੇ, ਮੇਰੇ 2 ਬੱਚੇ ਨੇ, ਰਕਸ਼ਤਾ ਮੇਰੀ ਬੇਟੀ ਹੈਗੀ ਆ, ਉਹ ਕੰਪਿਊਟਰ ਸਾਇੰਸ ਦੀ ਬੀਟੈਕ ਇੰਜੀਨੀਅਰ ਹੈਗੀ ਆ। ਵਾਈਫ ਇੱਕੋ ਹੀ ਹੈ। ਤੇ ਜਿਹੜਾ ਮੇਰਾ ਬੇਟਾ ਹੈਗਾ ਉਹ CA ਫਾਊਂਡੇਸ਼ਨ ਕਰ ਰਿਹਾ ਹੈਗਾ। ਉਹ ਵੀ ਦੋਨੋਂ ਜਣੇ ਕੁਛ ਨਹੀਂ ਕਰਦੇ ਹੈਗੇ ਕਿ ਰਨਿੰਗ, ਉਹ ਸੋਚਦੇ ਹੈਗੇ ਬਾਪੂ ਕਰੀ ਜਾਂਦਾ, ਚੱਲ ਠੀਕ ਹੈ, ਪਰ ਉਹ ਆਪਣੀ ਸਿਹਤ ਦਾ ਉਨਾ ਕੁ ਧਿਆਨ ਰੱਖਦੇ ਹੈਗੇ ਆ। ਉਹਨਾਂ ਦੇ ਸ਼ਰਮਸਾਰ ਹੋ ਜਾਂਦੇ ਉਹਨੇ ਘਰੇ, ਉਹਨਾਂ ਨੂੰ ਕੋਈ ਕਹਿੰਦਾ ਹੋਣਾ ਤੇਰੇ ਪਾਪਾ ਨੇ ਇਹ ਕੀਤਾ, ਉਹ ਵਿਚਾਰੇ ਕਿਤੇ ਫੈਮਿਲੀ ਫੰਕਸ਼ਨ 'ਚ ਨਹੀਂ ਜਾਂਦੇ ਹੋਣੇ, ਡਰਦੇ ਮਾਰੇ ਤੇਰੇ ਪਾਪਾ ਨੇ ਕੀਤਾ ਕਾਕਾ ਤੂੰ ਨਹੀਂ ਕੀਤਾ। ਉਹ ਵਿਚਾਰਾ ਇਹ ਕਹਿੰਦਾ ਨਾ ਮੇਰਾ ਪਾਪਾ ਹੀ ਸਭ ਕੁਝ ਕਰੀ ਜਾਂਦਾ, ਉਹਨੂੰ ਵੀ ਕੁਝ ਕਰਨ ਦਿਓ। ਸਰ ਸੇਮ ਹਾਲਾਤ ਹੈ। ਜਿਸ ਫੰਕਸ਼ਨ ਦੇ ਵਿੱਚ ਵੀ ਅਸੀਂ ਜਾਂਦੇ, ਉਹ ਕਹਿੰਦੇ ਭਾਈ ਤੇਰਾ ਪਾਪਾ ਸਾਰਾ ਕੁਝ ਕਰੀ ਜਾਂਦਾ ਪਿਆ ਹੈਗਾ। ਮੈਂ ਫਿਰ ਉਹਨਾਂ ਨੂੰ ਇਹ ਕਹਿਣਾ, ਭਾਈ ਇਹਦਾ ਪੜ੍ਹਨ ਦਾ ਟਾਈਮ ਹੈ, ਅਸੀਂ ਪੜ੍ਹ ਹਟੇ ਹੈਗੇ ਆ, ਹੁਣ ਅਸੀਂ ਤਾਂ ਇਹ ਸਾਰਾ ਕੁਝ ਕਰ ਰਹੇ ਹੈਗੇ ਆ। ਇਹਦੇ ਵਿੱਚ ਯੁਵਾ ਨੂੰ ਇਹੀ ਕਹਿਣਾ ਚਾਹੁੰਦਾ ਹੈਗਾ, ਕੋਈ ਟਾਈਮ ਨਹੀਂ ਹੈਗਾ ਕਿ ਤੁਸੀਂ ਕਦੋਂ ਸ਼ੁਰੂ ਕਰਨਾ ਹੈਗਾ। ਅਲਟੀਮੇਟ ਹੈਲਥ ਦੇ ਲਈ, ਤੁਸੀਂ ਆਪਣੀ ਗੁੱਡ ਹੈਲਥ ਦੇ ਲਈ ਅਲਟੀਮੇਟ ਕੁਛ ਨਾ ਕੁਛ ਕਰੋ। ਤੁਸੀਂ ਭਾਵੇਂ ਸਾਈਕਲਿੰਗ ਕਰੋ, ਚਾਹੇ ਰਨਿੰਗ ਕਰੋ, ਚਾਹੇ ਕੋਈ ਵੀ ਸਪੋਰਟਸ ਕਰੋ ਜ਼ਰੂਰ। ਜੇ ਨਹੀਂ ਤੁਸੀਂ ਕਰਦੇ ਹੈਗੇ ਤਾਂ ਇਹ ਚੀਜ਼ਾਂ ਤੁਹਾਨੂੰ ਬਿਮਾਰੀਆਂ ਹੀ ਲਾਉਂਦੀਆਂ ਹੈਗੀਆਂ, ਜਾਂ ਕੋਈ ਹੋਰ ਪ੍ਰੋਬਲਮਸ ਹੀ ਹੁੰਦੀਆਂ, ਕਿਉਂਕਿ ਅੱਜ ਕੱਲ੍ਹ ਯੁਵਾ ਜ਼ਿਆਦਾਤਰ ਕੰਪਿਊਟਰ ਦੇ ਉੱਤੇ ਰਹਿੰਦਾ ਹੈਗਾ। ਮੈਂ ਇਹੀ ਸਕਸੈਸਫੁਲ ਹੋਣ ਤੋਂ ਬਾਅਦ ਸਾਰੇ ਹੀ ਇੱਦਾਂ ਦੀ ਵਧੀਆ ਗੱਲਾਂ ਕਰਦੇ। ਜਿਹੜਾ ਵਿਚਾਰਾ ਰਹਿ ਗਿਆ ਹੋਣਾ ਉਹਨੂੰ ਪੁੱਛੋ, ਉਹ ਗਾਲਾਂ ਕੱਢਦਾ ਹੋਣਾ ਕਿਹੜਾ ਆਰਗੇਨਾਈਜ਼ ਕਰਦਾ। ਨਹੀਂ, ਇਹਦੇ 'ਚ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ, ਇਹਨਾਂ ਨੂੰ ਮੋਟੀਵੇਟ ਕੀਤਾ। ਇਹ ਨਹੀਂ ਦੇਖਿਆ ਰਜਨੀਸ਼ ਨੇ ਕੀਤੀ ਹੈ, ਕਰਨ ਚੱਲਾ ਹੈਗਾ, ਇਹ ਬੰਦੇ 'ਚ ਜਜ਼ਬਾ ਹੈਗਾ। ਨੋ ਡਾਊਟ ਪਹਿਲੀ ਵਾਰ 300 ਜਦੋਂ ਮੈਂ ਲਗਾਈ ਸੀ, ਮੇਰਾ ਵੀ ਬੜਾ ਬੁਰਾ ਹਾਲ ਹੋਇਆ ਸੀਗਾ। 300 ਤੁਸੀਂ ਪਹਿਲੀ ਵਾਰ ਜਦੋਂ ਲਗਾਈ, ਜਦੋਂ ਇਹ ਡਾਊਨ ਹੁੰਦੇ ਗਏ ਰਸਤੇ ਦੇ ਵਿੱਚ, ਕਿਉਂਕਿ 300 ਬਹੁਤ ਲੰਬਾ ਸਫ਼ਰ ਹੁੰਦਾ ਹੈਗਾ। ਅਸੀਂ ਗੱਡੀ ਦੇ ਉੱਤੇ ਉਹ ਹੋ ਜਾਂਦੇ ਹਾਂ। ਤੁਸੀਂ 300 ਦਾ ਮਤਲਬ ਦਿੱਲੀ ਜਾਣਾ, ਦਿੱਲੀ ਜਾਂਦੇ ਤੁਹਾਡੀ ਬੱਸ ਹੋ ਜਾਂਦੀ ਹੈਗੀ ਆ। ਜਦੋਂ ਤੁਸੀਂ ਸਾਈਕਲ 'ਤੇ ਜਾਂਦੇ ਹੋ, ਇੱਕ ਸਟੇਜ ਐਸੀ ਆਉਂਦੀ ਹੈਗੀ ਆ, ਤੁਸੀਂ ਇਕੱਲੇ ਚਲਾਈ ਜਾ ਰਹੇ ਹੋ ਕਮਲਿਆਂ ਵਾਂਗਰੋਂ, ਤੁਹਾਨੂੰ ਲੱਗਦਾ ਮੈਂ ਕੀ ਕਰਦਾ ਪਿਆ, ਥੱਕ ਜਾਂਦੇ ਹੋ। ਥੱਲੇ ਤੁਸੀਂ ਜਦੋਂ ਮੀਟਰ 'ਤੇ ਦੇਖਦੇ ਹੋ, ਕਿਲੋਮੀਟਰ 2 ਹੀ ਹੋਏ ਹੁੰਦੇ ਹੈਗੇ, ਤਾਂ ਤੁਸੀਂ ਕਹਿੰਦੇ ਹੋ ਮੈਨੂੰ ਇੰਨੀ ਦੇਰ ਦੇ ਚਲਾਣੇ। ਇਹ ਬੰਦੇ ਦੀ ਇਹ ਹੈ, ਸਾਰਿਆਂ ਨੂੰ ਦੇਖ ਕੇ ਹੱਲਾਸ਼ੇਰੀ, ਹਾਂਜੀ ਭਾਜੀ, ਮੈਂ ਇਹੀ ਪਿੱਛੋਂ ਕਹਿੰਦਾ ਵਾਹ ਠੀਕ ਹੈ ਬਹੁਤ ਅੱਛਾ ਜਾ ਰਹੇ ਹੋ, ਚੱਲੋ ਅੱਗੇ।
ਇੰਨੀ ਕਿ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਔਰ ਮੋਟੀਵੇਟ ਹੋਏ। 200 ਦੇ ਵਿੱਚ ਜਦੋਂ ਤੁਸੀਂ ਈਵੈਂਟ ਨੂੰ ਚਲਾ ਰਹੇ ਹੈਗੇ ਹੋ ਉਸ ਟਾਈਮ ਦੇ ਉੱਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਸਪੋਰਟਸਮੈਨ ਸਪਿਰਿਟ ਹੈ, ਤੁਸੀਂ ਉਹਨਾਂ ਨੂੰ ਪੁਸ਼ ਕਰਕੇ ਚੱਲਦੇ ਹੈਗੇ, ਮੋਟੀਵੇਟ ਕਰਦੇ ਹੋ ਔਰ ਕੁਝ ਮੋਟੀਵੇਟ ਹੋ ਜਾਂਦੇ ਆ। ਅੱਛਾ 300 ਦੀ ਜਿਹੜੀ ਇਹਨਾਂ ਨੇ ਪਹਿਲੀ ਵਾਰ ਲਾਈ ਆ ਉਹਦੇ ਵਿੱਚ 3 ਬੰਦਿਆਂ ਨੇ ਕੁਇਟ ਕੀਤਾ ਔਰ ਉਹ ਪਹਿਲੀ ਵਾਰ ਦੇ ਨਹੀਂ ਸੀ, ਉਹ ਪੁਰਾਣੇ ਸੀਗੇ। ਮੈਂ ਇਹ ਬੰਦੇ ਦਾ ਸਲੂਟ ਕਰਦਾ ਹੈਗਾ ਕਿ ਉਹ ਬੰਦੇ ਆ ਨਾ ਪਤਾ ਨਹੀਂ ਚੌਥੀ ਪੰਜਵੀਂ ਵਾਰ ਸੀਗੀ ਕੁਇਟ ਕਰਕੇ ਰਸਤੇ ਦੇ ਵਿੱਚ ਨਹੀਂ ਉਹਨਾਂ ਦੀ ਕਈ ਵਾਰ ਬਾਡੀ ਤੁਹਾਡੀ ਇਹ ਕੋਈ ਉਹ ਨਹੀਂ ਹੈਗਾ, ਕਈ ਵਾਰ ਤੁਹਾਡੀ ਬਾਡੀ ਨਹੀਂ ਸਾਥ ਦਿੰਦੀ ਹੈਗੀ, ਸਪੋਜ਼ ਤੁਹਾਨੂੰ ਟੈਂਪਰੇਚਰ ਹੋ ਗਿਆ ਰਸਤੇ ਦੇ ਵਿੱਚ। ਪਰ ਇਹ ਸ਼ਖਸ ਸਾਡਾ ਇੱਦਾਂ ਦਾ ਹੈਗਾ ਅਸ਼ੋਕ ਮਲਹੋਤਰਾ, ਇਹਨੂੰ ਜੋ ਮਰਜ਼ੀ ਹੋ ਜਾਵੇ, ਜਿਹੜੀ ਇੰਜਰੀ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਹੋਈ ਸੀ, ਖੁਦਾ ਨਾ ਖਾਸਤਾ ਕਿਸੇ ਹੋਰ ਨੂੰ ਹੁੰਦੀ ਜਾਂ ਮੈਨੂੰ ਵੀ ਪ੍ਰੋਬਲਮ ਹੁੰਦੀ, ਅਸੀਂ ਨਹੀਂ ਚਲਾ ਸਕਦੇ ਸੀ ਸਾਈਕਲ। ਉਹ ਇੰਜਰੀ ਹੀ ਇੱਦਾਂ ਦੀ ਸੀ, ਗੋਡੇ ਦੇ ਕੋਲ ਲੈਫਟ ਦੇ ਉੱਤੇ ਚੱਲਦਾ ਹੀ ਨਹੀਂ ਸੀ ਗੋਡਾ। ਸਰ ਇੱਕ ਲਾਸਟ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗਾ। ਚਲੋ ਬੱਚਿਆਂ ਦਾ ਦੱਸਤਾ, ਤੁਸੀਂ ਫੈਮਿਲੀ ਦਾ ਦੱਸਤਾ, ਤੁਸੀਂ ਸਾਨੂੰ ਦੱਸਿਆ ਤੁਸੀਂ ਸੀਏ, ਔਰ ਸੀਏ ਵੀ ਇੱਕ ਨਹੀਂ ਹੋ, ਮਤਲਬ ਤੁਹਾਡੇ ਨਾਲ ਤੁਸੀਂ ਗਰੁੱਪ 'ਚ 8 ਸੀਏ। ਉਹ ਵਿਚਾਰੇ ਨਾਲ ਦੇ ਸੀਏ ਉਹਨਾਂ ਨੂੰ ਕੰਪਲੈਕਸ ਦੇ ਰਹੇ ਹੋ, ਉਹ ਨਹੀਂ ਸੋਚਦੇ ਕਿ ਯਾਰ ਰੋਜ਼ ਬੰਦਾ ਆ ਜਾਂਦਾ ਸਾਨੂੰ ਕੰਪਲੈਕਸ ਦਿੰਦਾ। ਉਹ ਅੰਦਰੋਂ ਤਾਂ ਸੋਚਦੇ ਹੋਣੇ ਵੈਸੇ ਸ਼ੀਸ਼ੇ ਦੇਖ ਕੇ ਯਾਰ ਉਹ ਮਲਟੀ ਟੈਲੈਂਟਡ ਬੰਦਾ ਹੈਗਾ। ਤੁਸੀਂ ਕੁਛ ਤਾਂ ਕਿਹੜੀ ਕੋਈ ਆਯੁਰਵੈਦਿਕ ਦੀ ਦਵਾਈ ਖਾਂਦੇ ਹੋ, ਕੋਈ ਤੁਹਾਡੀ ਆਯੂਸ਼ ਮੰਤਰਾਲਿਆ ਦੀ ਖਾਂਦੇ ਹੋ, ਕੁਛ ਤਾਂ ਖਾਂਦੇ ਹੋਗੇ ਐਕਸਟਰਾ, ਇੰਨੀ એનર્ਜੀ ਐਵੇਂ ਨਹੀਂ ਆ ਜਾਂਦੀ ਸਰ? ਮੈਂ ਉਦੋਂ ਵੀ ਦੱਸਿਆ ਸੀ ਮੈਂ ਪਿਓਰ ਵੈਜੀਟੇਰੀਅਨ ਆ। ਮੇਰੀ ਜਿਹੜੀ ਪੂਰੀ ਲਾਈਫ ਹੈਗੀ ਆ ਜਾਂ ਮੇਰੀ ਬਾਡੀ ਹੈਗੀ ਆ ਦੁੱਧ ਪਨੀਰ ਇਹਨਾਂ ਦੇ ਉੱਤੇ ਚੱਲਦੀ ਹੈਗੀ ਆ। ਜਿੱਥੇ ਤੁਸੀਂ ਜਿਹੜਾ ਕੁਐਸਚਨ ਮੈਨੂੰ ਮੇਰੇ ਆਫਿਸ ਦਾ ਕੀਤਾ ਹੈਗਾ ਕਿ ਅਸੀਂ 8 ਸੀ ਹਾਂ, ਬਾਕੀ ਹੁਣ ਉਹਨਾਂ ਦੇ ਲਈ ਨਾ ਇੱਕ ਆਮ ਜੀ ਗੱਲ ਹੋ ਗਈ ਹੈ ਕਿ ਰੋਜ਼ ਹੀ ਕੋਈ ਨਾ ਕੋਈ ਇੰਨਾ ਕਿ ਉਹ ਕੰਪਲੈਕਸ ਖਾ ਚੁੱਕੇ ਹੈ ਕਿ ਉਹ ਕਹਿੰਦੇ ਯਾਰ ਇਹਨੇ ਤਾਂ ਰੋਜ਼ ਕੁਝ ਕਰੀ ਜਾਣਾ, ਰਹਿਣ ਤੋਂ ਇੱਧਰ ਧਿਆਨ ਹੀ ਨਾ ਦਿਓ। ਉਹ ਸੋਚਦੇ ਹੀ ਨਹੀਂ ਹੈ ਹੁਣ। ਇਹ ਕਹਿੰਦਾ ਰੋਜ਼ ਦੂਜੇ ਦਿਨ ਕੋਈ ਨਾ ਕੋਈ ਕਰਕੇ ਆ ਜਾਂਦਾ ਹੈਗਾ। ਉਹ ਵੀ ਮੈਨੂੰ ਲੱਗਦਾ ਉਹੀ ਕੈਟਾਗਰੀ ਦੇ ਵਿੱਚ ਸਮਝਦੇ ਹੈਗੇ ਕਿ ਹੁਣ ਇਹ ਕਮਲਾ, ਇਹਨੂੰ ਛੱਡਤਾ। ਕਿਉਂਕਿ ਮੈਂ ਸਪੋਰਟਸ ਦੇ ਨਾਲ ਇਹ ਹੈ ਕਿ ਮੈਂ ਆਪਣਾ ਆਫਿਸ ਦਾ ਕੰਮ ਸਫਰ ਨਹੀਂ ਹੋਣ ਦਿੰਦਾ। ਜੇ ਮੇਰਾ ਸਵੇਰੇ ਆਫਿਸ 10 ਵਜੇ ਸ਼ੁਰੂ ਹੋਣਾ ਤਾਂ ਮੈਂ 10 ਵਜੇ 'ਚ 5 ਮਿੰਟ 'ਤੇ ਹੁੰਨਾ ਔਰ ਕਲੋਜ਼ ਹੋਣ 'ਤੇ ਹੀ ਜਾਣਾ। ਬਸ ਮੈਂ ਆਪਣੀ ਪ੍ਰੈਕਟਿਸ ਕਰਦਾ ਪਿਆ ਹੈਗਾ ਔਰ ਇਹ ਕਰ ਰਿਹਾ ਹੈ। ਔਰ ਇਹ ਟਾਈਟਲ ਦੇ ਮੈਨੂੰ ਪੰਜਾਬੀਆਂ 'ਚ ਸਰ ਇਹਨੂੰ ਕਹਿੰਦੇ ਭਿਉਂ ਕੇ ਮਾਰਨਾ। ਚਲੋ ਉਹ ਕਹਿੰਦਾ ਚਲੋ ਉਸ 'ਚ ਸਪੋਰਟਸ 'ਚ ਪਹਿਲਾਂ ਤਾਂ ਤੁਹਾਡੀ 53 ਸਾਲ ਦੀ ਉਮਰ, ਫਿਰ ਤੁਸੀਂ ਉਹਦੇ ਵਿੱਚ ਵਰਲਡ ਰਿਕਾਰਡ ਰਨਿੰਗ 'ਚ ਬਣਾ ਲਿਆ। ਉਸ 'ਚ ਪਿੱਛੇ ਕੁਝ ਰਹਿ ਗਿਆ ਹੋਵੇ ਕਸਰ ਕੱਢਣੀ, ਫਿਰ ਤੁਸੀਂ ਸਾਈਕਲਿੰਗ ਦੇ SR ਬਣ ਗਏ, ਉਹ ਵੀ ਤੀਜੀ ਵਾਰੀ। ਫਿਰ ਉਸ ਤੋਂ ਬਾਅਦ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਮੈਂ ਜੇ 10 ਵਜੇ ਆਫਿਸ ਲੱਗਦਾ 9:45 ਆਪਣੇ ਕੰਮ 'ਤੇ ਪਹੁੰਚ ਕੇ ਆਪਣਾ ਕੰਮ ਵੀ ਸੰਭਾਲਦਾ। ਸਰ ਕੁਝ ਹੋਰ ਰਹਿ ਗਿਆ ਹੋਵੇ ਦੱਸ ਦਿਓ, ਅਸੀਂ ਆਪ ਹੀ ਮੇਰੇ ਕੋਲ ਤਾਂ ਕੁਐਸਚਨ ਹੈ ਨਹੀਂ, ਤੁਸੀਂ ਰਹਿ ਗਏ ਹੋਵੇ ਤੁਸੀਂ ਉਹ ਵੀ ਦੱਸ ਦਿਓ। ਨਹੀਂ ਬਸ ਇਹੀ ਹੈ ਜੀ। ਇਹ ਤੁਸੀਂ ਅਗਲਾ ਕਿਹੜਾ ਸਾਨੂੰ ਕੰਪਲੈਕਸ ਦੇਣਾ ਇਹ ਵੀ ਦੱਸ ਦਿਓ ਸਰ। ਨਹੀਂ ਅਗਲਾ ਹੁਣ ਨਾ ਜਿੱਦਣ ਮੈਂ ਇਹ SR ਕੰਪਲੀਟ ਕੀਤੀ ਹੈ, ਅਗਲਾ ਟਾਰਗੇਟ ਸਿਰਫ ਭਾਜੀ ਨੂੰ SR ਬਣਾਉਣਾ। ਇਹ ਜਦੋਂ ਮੈਂ SR ਕੰਪਲੀਟ ਕੀਤੀ ਹੈ ਨਾ, ਮੇਰੀ ਵਾਈਫ ਮੈਨੂੰ ਪੁੱਛਦੀ ਕਿ ਭਾਈ ਹੁਣ ਅਗਲਾ ਕੀ ਹੈ? ਉਹ ਮੈਂ ਕਿਹਾ ਭਾਈ ਮੈਂ ਤਾਂ ਸਾਈਕਲ ਰੱਖਤਾ ਸਾਈਡ 'ਤੇ, ਹੁਣ ਅਗਲਾ ਰੂਟੀਨ ਵਰਕ ਹੀ ਆ ਜਿਹੜਾ ਸਵੇਰੇ 5-10 ਕਿਲੋਮੀਟਰ ਭੱਜਣਾ ਹੁੰਦਾ, ਹੋਰ ਕੁਝ ਨਹੀਂ ਹੈਗੇ। ਹੁਣ ਮੇਰੀ ਬੱਸ ਕਦੋਂ ਕਿਹਾ ਸੀ ਇਹ? ਮੈਨੂੰ ਲੱਗਦਾ ਮੈਂ ਕੱਲ੍ਹ ਹੀ ਗਿਆ, ਹਜੇ ਕੱਲ੍ਹ ਹੀ ਉਹਨਾਂ ਨੇ ਕੁਐਸਚਨ। ਪਿਛਲੇ ਸਾਲ ਵੀ ਕਿਹਾ ਸੀ ਤੁਸੀਂ, ਕਿਉਂਕਿ ਕਿਹਾ ਨਾ ਕਿ ਹਰ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਭਾਈ ਬਸ ਅਗਲੀ ਵਾਰ ਨਹੀਂ ਕਰਨਾ। ਉਦੋਂ ਵੀ ਇਹੀ ਸੋਚਿਆ ਹੋਣਾ, ਉਦੋਂ ਵੀ ਇਹੀ ਕਿਹਾ ਹੋਣਾ, ਫਿਰ ਮੁਕਰ ਜਾਂਦੇ ਹੋ। ਚਲੋ ਰੱਬ ਇੰਨੀ ਕੁ ਚਲੋ ਤੁਸੀਂ ਚੰਗੀ ਗੱਲ ਹੀ ਮੁਕਰਦੇ ਹੋ। ਤੇ ਅਸੀਂ ਇੱਕ ਵਾਰੀ ਪੁੱਛਣਾ ਚਾਹਾਂਗੇ ਅਸ਼ੋਕ ਮਲਹੋਤਰਾ ਜੀ ਨੂੰ, ਸਰ ਤੁਹਾਨੂੰ ਪਹਿਲੀ ਵਾਰੀ ਹੁਣ ਤੁਸੀਂ ਬਣੇ ਹੋ ਅੱਧੇ SR ਬਣ ਗਏ, ਮਤਲਬ ਸਰਫੇਰੇ ਕਹਿੰਦੇ ਇਹਨੂੰ, ਸਰਫੇਰੇ, ਠੀਕ ਹੈ ਨਾ? ਤੇ ਜੇ ਅੱਧੇ SR ਸਰਫੇਰੇ ਬਣ ਗਏ, ਤੁਹਾਨੂੰ ਹੁਣ ਕਿੱਦਾਂ ਫੀਲ ਹੋ ਰਿਹਾ? ਮਤਲਬ ਤੁਸੀਂ ਇਹਨੂੰ ਕੰਟੀਨਿਊ ਰੱਖੋਗੇ ਜਾਂ ਤੁਸੀਂ ਇਹਨੂੰ ਕੁਇਟ ਕਰ ਦੋਗੇ? ਨਹੀਂ ਮੈਂ ਕੁਇਟ ਨਹੀਂ ਕਰੂੰਗਾ। ਜੇ ਕੁਇਟ ਤਾਂ ਮੈਂ ਮੇਰੀ ਲੱਤ ਚੱਲਣੀ, ਅਸੀਂ ਐਡਿਟ ਵੀ ਕਰ ਦਾਂਗੇ ਜੇ ਤੁਹਾਡੇ ਮਤਲਬ ਦੀ ਨਹੀਂ ਹੋਈ ਤਾਂ। ਨਹੀਂ ਕੁਇਟ ਨਹੀਂ ਕਰੂੰਗਾ ਮੈਂ। ਕੁਇਟ ਤਾਂ ਭਗਵਾਨ ਭੋਲੇਨਾਥ ਦੀ ਇੰਨੀ ਕਿਰਪਾ ਰਹੀ ਹੈ ਵੀ 60 ਕਿਲੋਮੀਟਰ ਮੈਨੂੰ ਪਤਾ ਮੈਂ ਕਿੱਦਾਂ ਲਗਾਈ ਹੈ। ਲਾਸਟ ਮੇਰੀ ਆ ਲੈਫਟ ਜਿਹੜੀ ਲੈਗ ਹੈ ਇਹਦੇ ਨਾਲ ਲਿਗਾਮੈਂਟਸ ਦੇ ਨਾਲ ਮੇਰੀ ਇੰਨੀ ਕੁ ਪੇਨ ਸੀਗੀ ਵੀ ਮੈਂ ਇੱਕ ਲੱਤ ਨਾਲ ਵੀ ਸਾਈਕਲ ਚਲਾਇਆ। ਮੈਨੂੰ ਰਜਨੀਸ਼ ਭਾਜੀ ਨੇ 2-3 ਵਾਰੀ 4 ਵਾਰੀ ਕਿਹਾ ਕੁਇਟ ਕਰ ਦੇ, ਕਿਉਂਕਿ ਸਾਡੇ 'ਚੋਂ 2 ਬੰਦੇ ਕੁਇਟ ਕਰ ਚੁੱਕੇ ਸੀਗੇ। ਤੇ ਇਹਦੇ 'ਚ ਡਿਸਕੁਆਲੀਫਾਈ ਵੀ ਬਹੁਤ ਜਲਦੀ ਹੁੰਦਾ ਬੰਦਾ, ਕਿਉਂਕਿ ਜੇ ਤੁਸੀਂ ਕਿਸੇ ਟਰਾਲੀ ਮਗਰ ਲੱਗ ਗਏ ਜਾਂ ਕਿਸੇ ਦਾ ਤੁਸੀਂ ਹੱਥ ਪਕੜ ਕੇ ਚਲੇ ਗਏ ਸਕੂਟਰ ਵਾਲੇ ਨਾਲ ਜਾਂ ਕਾਰ ਦੇ ਪਿੱਛੇ ਲੱਗ ਗਏ ਤੇ ਇਹ ਡਿਸਕੁਆਲੀਫਾਈ ਹੋ ਜਾਂਦੇ। ਮਾਰਸ਼ਲ ਨਾਲ ਚੱਲਦੇ ਨੇ, ਮਾਰਸ਼ਲ ਨਾਲ ਚੱਲਦੇ ਨੇ, ਗੱਡੀ ਉਹਨਾਂ ਦੀ ਨਾਲ ਚੱਲਦੀ ਹੈ। ਵੀ ਜੇ ਤੁਸੀਂ ਕਿਸੇ ਟਰਾਲੀ ਮਗਰ ਚਲੇ ਗਏ ਉਹਦੇ ਨਾਲ ਸਪੀਡ ਵੱਧ ਜਾਂਦੀ ਹੈ, ਜਾਂ ਤੁਸੀਂ ਕਿਸੇ ਟਰੱਕ ਦੇ ਮਗਰ ਲੱਗ ਗਏ ਜਾਂ ਕਿਸੇ ਨਾਲ ਹੱਥ ਫੜ ਕੇ ਥੋੜ੍ਹਾ ਜਿਹਾ ਚੱਲ ਗਏ ਤੇ ਇਮੀਡੀਏਟਲੀ ਡਿਸਕੁਆਲੀਫਾਈ ਕਰ ਦਿੰਦੇ ਆ। ਮੇਰੀ ਚਾਹੇ ਸਪੀਡ 0 ਦੀ ਰਹੀ ਹੈ ਚਾਹੇ ਜਿੱਦਾਂ ਮਰਜ਼ੀ ਰਹੀ ਹੈ, ਪਰ ਮੈਂ ਕੰਪਲੀਟ ਕੀਤੀ 10.5 ਘੰਟੇ 'ਚ 200 ਕਿਲੋਮੀਟਰ। ਪਰ ਮੈਂ ਨੈਕਸਟ ਜਿਹੜੀ ਹੈ 400 ਵੀ ਲਗਾਊਂਗਾ, 600 ਵੀ। ਮੇਰੇ ਬੱਚੇ ਹਜੇ ਮੰਨ ਨਹੀਂ ਰਹੇ ਪਰ ਮੈਂ ਮਨਾ ਲੂੰਗਾ। ਜਿਹੜਾ ਰਜਨੀਤ ਜੀ ਦਾ ਅਗਲਾ ਰਿਕਾਰਡ ਹੋਣਾ ਉਹ ਮੇਰਾ ਮੈਂ ਕਿ ਬੱਚਿਆਂ ਨੂੰ ਮਨਾ ਲਓਗੇ, ਇਹਨੂੰ ਨਹੀਂ ਮਨਾਣਾ ਕਿ ਭਾਈ ਨਹੀਂ, ਬੱਚਿਆਂ ਨੂੰ ਮਨਾ ਲੂੰਗਾ, ਮੈਂ ਕਰੂੰਗਾ। ਇਹ ਤੁਸੀਂ ਜਨ ਤੇਸ਼ੀ ਵੱਲੋਂ ਕਹਿਣਾ ਚਾਹੁੰਦਾ ਵੀ ਜਨ ਤੇਸ਼ੀ ਜੀ ਵਾਰ-ਵਾਰ ਪੁੱਛ ਰਹੇ ਵੀ ਇਸ ਤੋਂ ਬਾਅਦ ਕੀ ਟਾਰਗੇਟ ਹੈ। ਜੋ ਮੇਰੇ ਮਨ ਕਹਿ ਰਿਹਾ, ਰਜਨੀਤ ਜੀ ਨੂੰ ਸ਼ਾਇਦ ਨਹੀਂ ਪਤਾ, ਅਗਲਾ ਟਾਰਗੇਟ ਜਿਹੜਾ ਇਹਨਾਂ ਦਾ ਸਕੀਪਿੰਗ ਦਾ, ਵੀ ਇਹ ਸਕੀਪਿੰਗ ਦੇ ਵਿੱਚ ਵੀ ਰਿਕਾਰਡ ਬਣਾਉਣਗੇ। ਹੁਣ ਬਣਾਉਣ, 6 ਮਹੀਨੇ ਨੂੰ ਬਣਾਉਣ ਜਾਂ ਸਾਲ ਨੂੰ ਬਣਾਉਣ,
ਇਹ ਰੱਸੀ ਕੁੱਦਣ ਦਾ ਵੀ ਰਿਕਾਰਡ ਬਣਾਉਣਗੇ। ਮੈਨੂੰ ਇਹ ਲੱਗਦਾ ਤੁਹਾਡੇ ਦੋਨਾਂ ਦੀ એનર્ਜੀ ਦਾ ਮੇਨ ਰੀਜ਼ਨ ਹੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਪੰਪਿੰਗ ਕਰਦੇ ਰਹਿੰਦੇ ਹੋ। ਉਹ ਉਹਨੂੰ ਪੰਪ ਕਰਦਾ, ਉਹਨੂੰ ਪੰਪ ਕਰਦਾ, ਪੰਪ 'ਚ ਕੰਮ ਹੋ ਜਾਂਦਾ, ਜੋ ਸਾਡੇ ਪੰਜਾਬੀਆਂ 'ਚ ਪਹਿਲੇ ਮਸ਼ਹੂਰ ਹੈ। ਪੰਪ ਕਰਕੇ ਹੀ ਅਸੀਂ ਇੱਕ ਦੂਜੇ ਦਾ ਉਹ ਬੇੜਾ ਪਾਰ ਕਰ ਦਿੰਦੇ ਹਾਂ। ਉਹ ਬੇੜਾ ਗਰਕ ਕਰਦੇ, ਤੁਸੀਂ ਪਾਰ ਕਰੀ ਜਾਂਦੇ ਹੋ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਜਿਹੜਾ ਅਗਲਾ ਟਾਰਗੇਟ ਹੈ ਰਜਨੀਤ ਜੀ ਦਾ, ਮੈਂ ਇੱਥੇ ਬੈਠ ਕੇ ਐਲਾਨ ਕਰ ਰਿਹਾ ਵੀ ਇਹ ਸਕੀਪਿੰਗ ਦਾ ਬਣਾਉਣਗੇ। 1000 ਵਾਰੀ ਤਾਂ ਇਹ ਇੱਕ ਵਾਰੀ 'ਚ ਰੱਸੀ ਕੁੱਦ ਲੈਂਦੇ ਆ ਜੀ, ਤੇ ਉਹਦੇ 'ਚ ਮੈਨੂੰ ਲੱਗਦਾ ਵੀ ਇਹ ਜੇ ਹੋਰ ਪ੍ਰੈਕਟਿਸ ਕਰਨਗੇ ਤੇ ਸਕੀਪਿੰਗ ਦਾ ਰਿਕਾਰਡ ਹੋਊਗਾ। ਅਗਲੀ ਵਾਰੀ ਜਦੋਂ ਚੈਨਲ ਜਨ ਹਿਤੈਸ਼ੀ ਜੀ ਆਉਣਗੇ ਤੇ ਇਹਨਾਂ ਨੂੰ ਨਵਾਂ ਰਿਕਾਰਡ ਮਿਲੂਗਾ ਸਕੀਪਿੰਗ ਦਾ। ਧੰਨਵਾਦ ਸਰ। ਤੇ ਦੋਸਤੋ, ਇਹ ਸੀਗੇ ਜਿਹੜੇ ਇੰਡੀਆ ਦੀ ਨਵੀਂ ਯੁਵਾ ਪੀੜ੍ਹੀ, ਜਿਨ੍ਹਾਂ ਨੇ ਨਾ ਕੇਵਲ ਯੁਵਾ ਪੀੜ੍ਹੀ ਦਾ ਕਹਿ ਲਓ ਪਰਿਭਾਸ਼ਾ ਬਦਲ ਦਿੱਤੀ ਹੈ, ਬਲਕਿ ਸ਼ਾਇਦ ਕਸਮ ਖਾਧੀ ਹੈ ਕਿ ਕੋਈ ਸਪੋਰਟਸ, ਕੋਈ ਗੇਮ ਛੱਡਣੀ ਨਹੀਂ। ਇਹ ਜਿੱਦਾਂ ਵੱਡੇ ਹੋ ਰਹੇ ਆ, ਲੋਕੀ ਕਹਿੰਦੇ ਕਿ ਅਸੀਂ ਘਰ 'ਚ ਬੈਠੀਏ, ਅਸੀਂ ਮੂੰਗਫਲੀ ਬਦਾਮ ਖਾਈਏ, ਬੱਚਿਆਂ ਨਾਲ ਟਾਈਮ ਸਪੈਂਡ ਕਰੀਏ ਜਾਂ ਆਪਣਾ ਰੈਸਟ ਕਰੀਏ, ਬਾਡੀ ਨੂੰ ਰੈਸਟ ਦਈਏ। ਇਹ ਉੱਦਾਂ ਜਵਾਨ ਹੋਈ ਜਾਂਦੇ ਆ। ਸਾਨੂੰ ਨਹੀਂ ਪਤਾ ਇਹਨਾਂ ਦੀ ਜਿਹੜੀ એનર્ਜੀ ਦਾ ਕੀ ਰੀਜ਼ਨ ਹੈ, ਪਰ ਜਿੱਦਾਂ ਇਹਨਾਂ ਨੇ ਇੱਕ ਹੋਰ ਚੈਲੰਜ ਕਰ ਦਿੱਤਾ ਕਿ ਅਸੀਂ ਸਕਿਪ ਉਸ 'ਚ ਵੀ ਕਰਾਂਗੇ ਹੁਣ, ਤੇ ਦੇਖਦੇ ਹਾਂ। ਸਾਡੀ ਇਹਨਾਂ ਨੂੰ ਬੈਸਟ ਵਿਸ਼ੇਜ਼ ਹੈਗੀਆਂ ਕਿ ਜੋ ਇਹਨਾਂ ਨੇ ਕਿਹਾ ਇਹ ਕਰਦੇ ਰਹਿਣ, ਤੇ ਇਹਨਾਂ ਦੀ ਜੋੜੀ ਵੀ ਇੱਦਾਂ ਹੀ ਦੋਸਤਾਂ ਦੀ ਸਲਾਮਤ ਰਹੇ, ਇੱਕ ਦੂਜੇ ਨੂੰ ਪੰਪਿੰਗ ਕਰਦੇ ਰਹਿਣ, ਕਿਉਂਕਿ ਇਹ ਪੰਪਿੰਗ ਜਿਹੜੀ ਹੈ ਇੱਕ ਦੂਸਰੇ ਨੂੰ ਮੋਟੀਵੇਸ਼ਨ ਲਈ ਹੈ। ਅਦਰਵਾਈਜ਼ ਜਿਹੜੀ ਨਾਰਮਲ ਬਿਹੇਵੀਅਰ 'ਚ ਪੰਪਿੰਗ ਜਿਹੜੀ ਹੁੰਦੀ ਹੈ ਉਹ ਗਲਤ ਹੁੰਦੀ ਹੈ, ਪਰ ਜੇ ਇੱਕ ਦੂਜੇ ਨੂੰ ਮੋਟੀਵੇਟ ਕਰਨ ਲਈ ਪੰਪਿੰਗ ਹੈ ਤਾਂ ਬਹੁਤ ਅੱਛੀ ਗੱਲ ਹੈ। ਅਸੀਂ ਇਹ ਦੋਨਾਂ ਦੋਸਤਾਂ ਨੂੰ ਮੁਬਾਰਕਾਂ ਦਿੰਦੇ ਹਾਂ। ਇੱਦਾਂ ਹੀ ਤੁਹਾਨੂੰ ਨਵੀਂ ਚੀਜ਼ਾਂ ਲਈ ਜਾਣੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।